ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ, ਮੇਰੇ ਨਾਲ ਨੇ ਪੰਕਜ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਜੀ। ਸੋ ਪੰਕਜ ਜੀ, ਤੁਹਾਡੀ ਸਮਾਈਲ ਦੇਖ ਕੇ ਮੈਨੂੰ ਲੱਗ ਰਿਹਾ ਕਿ ਤੁਸੀਂ ਕੁਝ ਖਾਸ ਲੈ ਕੇ ਆਏ ਹੋ ਅੱਜ। ਮੈਂ ਤੇ ਖਾਸ ਕੀ ਲੈ ਕੇ ਆਉਣਾ, ਖਾਸ ਤੇ ਤੁਹਾਡੇ ਹੱਥ ਵਿੱਚ ਹੈ। ਜੋ ਕਰੰਟ ਨਿਊਜ਼ ਨੇ ਸਾਡੇ ਦੋਸਤਾਂ ਨੂੰ ਉਹ ਸੁਣਾ ਦਿਓ, ਤੇ ਉਹਦੇ ਵਿਊ ਵੀ ਆਪਣੇ ਦੋਸਤਾਂ ਦੇ ਵੀ ਲੈ ਲਾਂਗੇ ਤਾਂ ਆਪਣੇ ਵਿਊ ਵੀ ਦੇ ਦਿਆਂਗੇ ਜੀ। ਔਰ ਸਭ ਤੋਂ ਪਹਿਲਾਂ ਤਾਂ ਆਪਾਂ ਲਵਾਂਗੇ ਕਿ ਜੋ ਰਾਜਾ ਵੜਿੰਗ ਨੇ ਜੀ, ਉਹ ਜਿੱਥੇ ਹੁਣ ਮੰਥਨ ਹੋ ਰਿਹਾ ਸੀ ਰਾਜਸਥਾਨ ਦੇ ਵਿੱਚ, ਹੁਣ ਇਹਨਾਂ ਨੇ ਆਪਣੇ ਅੰਦਰ ਵੀ ਮੰਥਨ ਕਰਨਾ ਸ਼ੁਰੂ ਕੀਤਾ। ਕਹਿੰਦੇ ਮੈਂ ਥਾਂ ਥਾਂ ਤੇ ਜਾਊਂਗਾ, ਘਰੋਂ ਘਰੀ ਜਾਊਂਗਾ, ਲੋਕਾਂ ਨੂੰ ਪੁੱਛੂੰਗਾ ਕਾਂਗਰਸ ਨੇ ਕੀ ਕਸੂਰ ਕੀਤਾ, ਕਾਂਗਰਸ ਦੀ ਕੀ ਕਮੀ ਹੈ, ਕੀ ਗਲਤੀ ਕੀਤੀ, ਤੁਸੀਂ ਸਾਨੂੰ ਹਰਾ ਕੇ ਆਮ ਆਦਮੀ ਪਾਰਟੀ ਨੂੰ ਵਜ਼ਾਰਤ ਦੇ ਦਿੱਤੀ ਹੈ ਤਾਂ ਕਿ ਅਸੀਂ ਆਪਣੀਆਂ ਗਲਤੀਆਂ ਸੁਧਾਰ ਸਕੀਏ। ਸੋ ਕਈਆਂ ਨੂੰ ਕੱਢਦੇ ਵੀ ਪਏ ਨੇ ਕਿਉਂਕਿ ਅਹੁਦੇ ਤੇ ਹੈਗੇ ਨੇ, ਤੇ ਕਈਆਂ ਦੀ ਪੁੱਛਗਿੱਛ ਵੀ ਹੋ ਰਹੀ ਹੈ, ਨੋਟਿਸ ਵੀ ਜਾਰੀ ਹੋ ਰਹੇ ਨੇ। ਮਤਲਬ ਕਾਫੀ ਸਖਤੀ ਵਾਲਾ ਰੁਖ ਅਪਣਾਇਆ ਹੋਇਆ ਆਪਣੀ ਪਾਰਟੀ ਦੇ ਅੰਦਰ ਹੀ ਵੜਿੰਗ ਸਾਹਿਬ ਨੇ ਜੀ। ਇੱਦਾਂ ਜੀ ਹੁਣ ਲੱਗਦਾ ਇਹ ਹੈ ਕਿ ਰਾਜਾ ਵੜਿੰਗ ਤੇ ਅੱਗੇ ਹੋ ਗਏ ਤੜਿੰਗ। ਹੁਣ ਦੇਖੋ ਪਾਰਟੀ ਹਾਰ ਗਈ ਹੈ, ਹੁਣ 5 ਸਾਲ ਕੁੱਖ ਨਹੀਂ ਹੋਣ ਵਾਲਾ। ਪਤਾ ਵੀ ਹੈ ਜਿਹੜਾ ਚਿੰਤਨ ਕਰਨ ਦਾ ਇਹਨਾਂ ਦਾ ਇੱਕ ਨਵਾਂ ਸ਼ੋਸ਼ਾ ਛੱਡਿਆ ਨਾ, ਉਹ ਇਹ ਹੈ ਵੀ ਲੋਕਾਂ ਨੂੰ ਕਿੱਦਾਂ ਅਸੀਂ ਆਪਣੇ ਨਾਲ ਜੋੜੀਏ। ਹੁਣ ਜਿੱਦਾਂ ਪਹਿਲਾਂ ਹੁੰਦਾ ਸੀ ਨਾ ਵੀ ਜਿਹੜਾ ਬੰਦਾ ਕੋਈ ਘਰ ਦਾ ਜੋਗੀ ਜੋਗੜਾ ਜਿਹੜਾ ਹੈ ਨਾ, ਤੇ ਬਾਹਰ ਦਾ ਜੋਗੀ ਸਿੱਧ, ਉਹ ਇਹ ਹਿਸਾਬ ਆ ਵੀ ਜਦੋਂ ਘਰ ਬੈਠੇ ਸੀ ਤੇ ਅਸੀਂ ਜੋਗੀਆਂ ਮਤਲਬ ਜੋਗੜੇ ਹੀ ਸੀਗੇ। ਹੁਣ ਅਸੀਂ ਬਾਹਰ ਜਾ ਕੇ ਚਿੰਤਨ ਕੀਤਾ, ਹੁਣ ਅਸੀਂ ਸਿੱਧ ਬਣ ਗਏ ਹਾਂ, ਯਾਨੀ ਕਿ ਹੁਣ ਸਾਫ਼ ਸੁਥਰ ਪਵਿੱਤਰ ਹੋ ਕੇ ਆ ਗਏ ਹਾਂ। ਹੁਣ ਅਸੀਂ ਲੋਕਾਂ ਦੇ ਘਰਾਂ 'ਚ ਜਾ ਕੇ ਪੁੱਛਾਂਗੇ ਭਾਈ ਸਾਨੂੰ ਕਿਉਂ ਹਰਾਤਾ, ਤੇ ਜਿਹੜੇ ਲੋਕ ਇਹ ਪੁੱਛਣਗੇ ਭਾਈ ਸਾਡਾ ਕੀ ਕਸੂਰ ਸੀ ਜਿਹੜਾ 5 ਸਾਲ ਤੁਸੀਂ ਸਾਨੂੰ ਆਪਣੇ ਪੈਰਾਂ ਥੱਲੇ ਲਤਾੜਿਆ ਆ, ਸਜ਼ਾ ਦਿੱਤੀ ਸੀ, ਜੋ ਸਾਨੂੰ ਤੁਸੀਂ ਸਾਡਾ ਹਾਲ ਬੁਰਾ ਕੀਤਾ, ਉਹ ਸਾਡਾ ਕੀ ਕਸੂਰ ਸੀ, ਤੇ ਕੀ ਜਵਾਬ ਦੇਣਗੇ? ਕੋਈ ਹੈ ਨਾ ਕੋਈ ਜਵਾਬ। ਇੱਕ ਵਾਰੀ ਇਹ ਵੀ ਕਹਿ ਸਕਦੇ ਨੇ ਕਿ ਤੁਸੀਂ ਸਾਨੂੰ ਸਜ਼ਾ ਦਿੱਤੀ ਹੈ, ਸਾਡਾ ਕੀ ਕਸੂਰ ਸੀ, ਕਿਸ ਕਸੂਰ ਦੀ ਸਜ਼ਾ ਦਿੱਤੀ ਹੈ? ਤੇ ਲੋਕੀ ਇਹ ਕਹਿਣਗੇ ਤੇ ਅਸੀਂ ਤਾਂ ਸਾਨੂੰ 47 ਤੋਂ ਹੀ ਸਜ਼ਾ ਹੀ ਭੁਗਤ ਰਹੇ ਆ। ਸਾਡੇ ਤੇ ਜ਼ਿਆਦਾਤਰ ਰਾਜ ਕਾਂਗਰਸ ਨੇ ਕੀਤਾ ਪੰਜਾਬ ਦੇ ਉੱਤੇ, ਬਹੁਤ ਘੱਟ ਹੈ ਵੀ ਉਹਨਾਂ ਤੋਂ ਘੱਟ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ, ਤੇ ਕਿਸੇ ਹੋਰ ਪਾਰਟੀ 'ਚ ਇੱਕ ਮਿਲੀ ਜੁਲੀ ਸਰਕਾਰ ਬਣੀ ਸੀ, ਉਹ ਵੀ ਕੁਝ ਦਿਨਾਂ ਵਾਸਤੇ। ਪਰ ਜ਼ਿਆਦਾਤਰ ਜਿਹੜੀ ਪਾਰਟੀ ਰਹੀ ਹੈ ਉਹ ਇੰਡੀਅਨ ਨੈਸ਼ਨਲ ਕਾਂਗਰਸ ਹੀ ਰਹੀ ਹੈ ਪੰਜਾਬ ਦੇ ਵਿੱਚ ਕਾਬਜ਼। ਵੈਸੇ ਇੱਕ ਬੜਾ ਸੋਹਣਾ ਸ਼ਬਦ ਹੈ ਚਿੰਤਨ, ਕਿਉਂਕਿ ਕਿਤੇ ਸੁਣਿਆ ਹੋਏਗਾ ਨਾ ਕਿ ਜਿਹੜੀ ਚਿੰਤਾ ਹੈ ਉਹ ਚਿਤਾ ਸਮਾਨ ਹੈ, ਇਸ ਕਰਕੇ ਚਿੰਤਾ ਨਹੀਂ ਕਰਨੀ, ਚਿੰਤਨ ਕਰਨਾ ਹੈ। ਤਾਂ ਇਹ ਚਿੰਤਨ ਕਰਨ ਪਹਿਲਾਂ ਰਾਜਸਥਾਨ ਵੀ ਗਏ ਹੋਏ ਸੀ ਗਰਮੀ ਦੇ ਵਿੱਚ, ਉੱਥੇ ਖੂਬ ਚਿੰਤਨ ਹੋਇਆ ਹੋਣਾ ਜੀ। ਗਰਮੀ ਵੀ ਹੈ ਤੇ ਗਰਮੀ ਸ਼ਾਇਦ ਜ਼ਿਆਦਾ ਚਿੰਤਨ ਵਧੀਆ ਹੁੰਦਾ ਹੈ। ਤਾਂ ਉੱਥੇ ਰਾਹੁਲ ਗਾਂਧੀ ਸਾਹਿਬ ਨੇ ਵੀ ਸਭ ਨੂੰ ਬੂਸਟ ਅਪ ਕੀਤਾ ਕਿ ਮੋਟੀਵੇਸ਼ਨਲ ਸਪੀਕਰ ਬਣੇ ਕਿ ਤੁਸੀਂ ਬਿਲਕੁਲ ਵੀ ਆਪਣੇ ਦਿਲ ਤੇ ਕੋਈ ਗੱਲ ਨਹੀਂ ਲੈਣੀ, ਡਿਪਰੈਸ਼ਨ 'ਚ ਨਹੀਂ ਜਾਣਾ, ਆਪਾਂ ਮੁੜ ਤੋਂ ਆਵਾਂਗੇ, ਆਪਾਂ ਬਾਉਂਸ ਬੈਕ ਕਰਾਂਗੇ। ਉਹਨਾਂ ਨੇ ਕਾਫੀ ਜ਼ਿਆਦਾ ਕਿਹਾ ਸਾਰਿਆਂ ਨੂੰ, ਤੇ ਕਈ ਐਕਸਪਰਟ ਕਹਿਣ ਲੱਗ ਪਏ ਬਈ ਡਿਪਰੈਸ਼ਨ ਤੇ ਇਸੇ ਗੱਲ ਦਾ ਕਿ ਤੁਸੀਂ ਸਾਡੇ ਬੌਸ ਹੋ, ਸਾਨੂੰ ਤੁਸੀਂ ਮੋਟੀਵੇਟ ਕਰ ਰਹੇ ਹੋ। ਇਹੀ ਹੈ, ਤੁਸੀਂ ਮੋਟੀਵੇਟ ਕਰ ਰਹੇ ਹੋ, ਇਹੀ ਤਾਂ ਚਿੰਤਾ ਦਾ ਵਿਸ਼ਾ ਹੈ। ਇਹੀ ਅਸੀਂ ਇੱਥੇ ਕਰਨਾ, ਤੁਸੀਂ ਇੱਥੇ ਪਹੁੰਚ ਗਏ। ਸੋ ਖੈਰ ਹਾਸੀਆਂ ਖੇਡੀਆਂ ਚੱਲਦੀਆਂ ਰਹਿੰਦੀਆਂ ਨੇ, ਐਕਸਪਰਟਸ ਇੱਦਾਂ ਗੱਲਾਂ ਕਰਦੇ ਰਹਿੰਦੇ ਨੇ। ਅੱਛਾ, ਤੁਹਾਨੂੰ ਦੱਸਿਆ ਕਿ ਵਿੱਚੋਂ ਸੰਜੀਵ ਸੌਰੀ ਤੁਹਾਡੀ ਗੱਲ ਕੱਟ ਰਿਹਾ, ਦੋਸਤਾਂ ਨੂੰ ਵੀ ਦੱਸ ਦਿੰਦੇ ਆ। 2 ਪਾਰਟੀਆਂ ਮੁੱਖ ਪਾਰਟੀਆਂ ਪੰਜਾਬ ਦੀਆਂ, ਕਾਂਗਰਸ ਤੇ ਅਕਾਲੀ ਦਲ, ਬਾਦਲ। ਬਿਲਕੁਲ, ਇਹ ਦੋਵੇਂ ਪਾਰਟੀਆਂ ਦੀ ਹਾਰ ਦਾ ਕਾਰਨ ਜੇ ਸਹੀ ਤਰੀਕੇ ਨਾਲ ਜਾਣਨਾ ਚਾਹੋ ਤੇ ਪਤਾ ਕੀ ਹੈ? ਪੁੱਤਰ ਮੋਹ। ਹਾਂ, ਪੁੱਤਰ ਮੋਹ। ਉਦੋਂ ਆਪਾਂ ਮਹਾਭਾਰਤ ਵਿੱਚ ਵੀ ਪੁੱਤਰ ਮੋਹ ਦੇਖਦੇ ਹੁੰਦੇ ਸੀ, ਧ੍ਰਿਤਰਾਸ਼ਟਰ ਨੂੰ ਦੁਰਯੋਧਨ ਦਾ ਪੁੱਤਰ ਪੂਰਾ ਮਹਾਭਾਰਤ ਦੇ ਲੋਕ ਯੁੱਧ ਹੋ ਗਿਆ, ਹਾਰ ਗਈ ਨਹੀਂ, ਪੂਰੀ ਸੱਤਾ ਚਲੇਗੀ ਨਹੀਂ ਹੱਥ, ਪੁੱਤਰ ਮੋਹ 'ਚ। ਇੱਧਰ ਸੋਨੀਆ ਗਾਂਧੀ ਉਹਨਾਂ ਨੂੰ ਪੁੱਤਰ ਮੋਹ ਬੜਾ ਜੀ, ਵੀ ਮੇਰਾ ਪੁੱਤਰ ਆਪਣੇ ਪੈਰਾਂ ਸਿਰ ਹੋ ਜਾਵੇ, PM ਬਣ ਜਾਏ, PM। ਚਲੋ PM ਤਾਂ ਉਹਨੂੰ ਵੀ ਪਤਾ ਵੀ ਇਹ ਐਡੇ ਜੋਗਾ ਹੈ ਨਹੀਂ ਹੈ, ਮਤਲਬ ਹਜੇ ਤਾਂ ਹਾਲਾਤ ਨਹੀਂ ਲੱਗਦੇ ਕਿ ਬਣ ਸਕਦਾ, ਪਤਾ ਉਹਨਾਂ ਨੂੰ ਵੀ ਸੀ। ਪਰ ਇਹ ਸੀਗਾ ਕਿ ਚਲੋ ਕਾਫੀ ਜਗ੍ਹਾ ਤੇ ਸਾਡੀ ਸਰਕਾਰ ਆ ਜਾਊਗੀ ਭਾਰਤ ਦੇ ਵਿੱਚ, ਤੇ ਕੁਛ ਨਾ ਕੁਛ ਇਹਦੇ ਹੋਲਡ ਰਹੂਗਾ। ਪਰ ਉਹ ਇਦਾਂ ਖੁੱਸ ਗਿਆ ਹੱਥੋਂ ਬਈ ਜਿੱਦਾਂ ਕਹਿੰਦੇ ਰੇਤ ਨਿਕਲ ਜਾਂਦੀ ਮੁੱਠੀ ਬੰਦ ਕਰਦੇ ਆਂ, ਉਹ ਰੇਤ ਵਾਂਗੂ ਸਾਰਾ ਖੁੱਸ ਗਿਆ। ਹੁਣ ਉੱਥੋਂ ਪੰਜਾਬ ਦੇ ਉੱਤੇ ਕਬਜ਼ਾ ਸੀਗਾ ਇਹਨਾਂ ਦਾ, ਉਹ ਵੀ ਨਿਕਲ ਗਿਆ। ਤੁਸੀਂ ਇਹ ਦੇਖੋ ਵੀ ਉੱਧਰ ਪ੍ਰਕਾਸ਼ ਸਿੰਘ ਬਾਦਲ ਹੋਰੀ ਪੁੱਤਰ ਮੋਹ 'ਚ ਫਸ ਗਏ ਕਿ ਮੈਂ ਹੁਣ ਇਹ ਪੁੱਤਰ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ। ਬਿਲਕੁਲ। ਔਰ ਉਹ ਪੁੱਤਰ ਵੀ ਪੂਰਾ ਛਾ ਗਿਆ ਸੀ ਇੱਕ ਟਾਈਮ ਦੇ ਉੱਤੇ ਉਪ ਮੁੱਖ ਮੰਤਰੀ ਬਣ ਕੇ ਕਿ ਮੇਰੀ ਅਗਲੀ ਸੀਟ ਤਾਂ ਮੁੱਖ ਮੰਤਰੀ ਦੀ ਪੱਕੀ ਹੈ, ਉਹ ਵੱਟ 'ਤੇ ਪਈ ਹੈ। ਉਹ ਲੋਕਾਂ ਨੇ ਵੱਟ ਹੀ ਵੱਢ ਸੁੱਟੀ, ਜਾਂ ਉਹ ਵੱਟ ਹੀ ਨਹੀਂ ਰਹਿਣ ਦੇਣੀ। ਹੁਣ ਪੁੱਤਰ ਮੋਹ ਕਰਕੇ ਦੋਵੇਂ ਪਾਰਟੀਆਂ ਗਰਕ ਹੋ ਗਈਆਂ, ਔਰ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਉੱਠ ਨਹੀਂ ਸਕਦੀਆਂ ਹੁਣ। ਦੇਖੋ, ਜਦੋਂ ਸੁਖਬੀਰ ਬਾਦਲ ਸਾਹਿਬ ਨਵੇਂ ਆਏ ਨੇ, ਉਹਨਾਂ ਦੀ ਮੈਨੇਜਮੈਂਟ ਨੂੰ ਲੈ ਕੇ ਬੜੀ ਸਾਰੀ ਚਰਚਾ ਰਹੀ ਸੀ ਕਿ ਮੈਨੇਜਮੈਂਟ ਬਹੁਤ ਪਿਆਰੀ ਹੈ, ਕਿਉਂਕਿ ਸ਼ਾਇਦ 2012 ਦੇ ਵਿੱਚ ਇਹਨਾਂ ਦੀ ਐਂਟਰੀ ਹੋਈ ਹੈ ਤੇ ਉਦੋਂ ਵੀ ਅਕਾਲੀ ਦਲ ਜਿੱਤਿਆ, ਫਿਰ ਰਿਪੀਟ ਕੀਤਾ 2017 ਦੇ ਵਿੱਚ, ਫਿਰ ਵੀ ਮੈਨੇਜਮੈਂਟ ਦੀ ਬਹੁਤ ਜ਼ਿਆਦਾ ਤਾਰੀਫ ਹੋਈ। ਤੇ ਹੁਣ ਉਹ ਮੈਨੇਜਮੈਂਟ ਕਿੱਥੇ ਗਈ? ਬਾਦਲ ਸਾਹਿਬ ਵੀ ਉੱਥੇ ਹੀ ਨੇ, ਸੁਖਬੀਰ ਬਾਦਲ ਸਾਹਿਬ ਵੀ ਉੱਥੇ ਹੀ ਨੇ,
ਤੇ ਸ਼੍ਰੋਮਣੀ ਅਕਾਲੀ ਦਲ ਵੀ ਉੱਥੇ ਹੀ ਹੈ, ਹਜੇ ਵੀ ਪ੍ਰਧਾਨ ਬਣੇ ਹੋਏ ਨੇ, ਕਿਉਂਕਿ ਫਿਰ ਚਿੰਤਨ ਹੋਇਆ ਸੀ, ਉੱਥੇ ਵੀ ਚਿੰਤਨ ਹੋਇਆ ਸੀਗਾ, ਔਰ ਚਿੰਤਨ ਤੋਂ ਬਾਅਦ ਫਿਰ ਹੀ ਡਿਸਾਈਡ ਕੀਤਾ ਗਿਆ ਬਈ ਬਾਦਲ ਪਰਿਵਾਰ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ, ਇਸ ਕਰਕੇ ਇਹ ਇੱਥੇ ਹੀ ਰਹਿਣਗੇ। ਜਿਵੇਂ ਕਾਂਗਰਸ ਨਹੀਂ ਚੱਲ ਸਕਦੀ ਗਾਂਧੀ ਪਰਿਵਾਰ ਤੋਂ ਬਿਨਾਂ, ਇਹ ਉੱਥੇ ਹੀ ਰਹੇਗੀ। ਸੋ ਇੱਕ ਪਰਿਵਾਰ ਵਿੱਚੋਂ ਇੱਕ ਜਣੇ ਨੂੰ ਟਿਕਟ ਦੇਣੀ ਹੈ, ਇਹ ਬਾਕੀਆਂ ਵਾਸਤੇ ਹੁਣ ਜੋ ਮਰਜ਼ੀ ਕਰ ਲੈਣ। ਸੰਜੀਵ ਜੀ, ਅਸਲ 'ਚ ਗੱਲ ਹੁਣ ਇਹ ਹੋ ਗਈ ਆ ਵੀ ਜਦੋਂ ਤੁਸੀਂ ਹੁਣ ਘਰੇਲੂ ਪਾਰਟੀਆਂ ਬਣ ਗਈਆਂ ਨਾ, ਬਿਲਕੁਲ ਘਰੇਲੂ ਪਾਰਟੀ, ਹੁਣ ਬਾਦਲ ਨੂੰ ਤਾਂ ਬਾਦਲਾਂ ਦੀ ਪਾਰਟੀ, ਕਾਂਗਰਸ ਮਤਲਬ ਗਾਂਧੀ ਪਾਰਟੀ, ਬਿਲਕੁਲ ਇਹ ਹੁਣ ਉੱਠ ਹੀ ਨਹੀਂ ਸਕਦੇ ਇਸ ਚੀਜ਼ ਤੋਂ। 137 ਸਾਲ ਦਾ ਇਤਿਹਾਸ ਕਾਂਗਰਸ ਦਾ ਕਿੱਥੇ ਆ ਕੇ ਖੜੀ ਹੋ ਗਈ, 101 ਸਾਲ ਦਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਕਿੱਥੇ ਆ ਕੇ ਖੜੀ ਹੋ ਗਈ। ਸੋ ਗੱਲ ਇਹੀ ਆ ਕਿ ਤੁਸੀਂ ਪੁੱਤਰ ਮੋ ਬਿਲਕੁਲ ਠੀਕ ਗੱਲ ਕੀਤੀ। ਹੁਣ ਪੰਥਕ ਪਾਰਟੀ ਸੀ ਜੀ ਸ਼੍ਰੋਮਣੀ ਅਕਾਲੀ ਦਲ, ਕਿੰਨੀਆਂ ਕੁਰਬਾਨੀਆਂ ਅੱਜ ਕਿਸ ਰੂਪ ਦੇ ਵਿੱਚ ਹੈ। ਅੱਜ ਇਹ ਵੀ ਫਿਕਰ ਲੱਗਿਆ ਹੋਇਆ ਕਿ ਕਿਤੇ ਜੋ ਐਸਜੀਪੀਸੀ ਦੀ ਇਲੈਕਸ਼ਨਸ ਦੇ ਵਿੱਚ ਕਿਤੇ ਉੱਥੇ ਵੀ ਲੂਜ਼ ਨਾ ਕਰ ਜਾਣ, ਉੱਥੇ ਵੀ ਕਿਤੇ ਹਾਰ ਨਾ ਜਾਣ, ਉਹ ਵੀ ਹੱਥੋਂ ਨਿਕਲ ਨਾ ਜਾਵੇ ਕਿਤੇ ਸੀਟ। ਇਹ ਇੱਥੋਂ ਤੱਕ ਚਿੰਤਾ ਬਣੀ ਹੋਈ ਹੈ। ਸੁਖਬੀਰ ਬਾਦਲ ਸਾਹਿਬ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਇਹ ਸਾਰੀ ਡਿਸਕਸ਼ਨਸ ਹੁੰਦੀਆਂ ਨੇ ਪਾਰਟੀ ਦੇ ਅੰਦਰ, ਮੰਥਨ ਦੀ ਗੱਲ ਜਿਹੜੀ ਚੱਲਦੀ ਹੈ, ਸੋ ਇਸ ਵਕਤ ਇਹ ਵੀ ਇਹਨਾਂ ਨੂੰ ਲੱਗਾ ਹੋਇਆ ਕਿ ਅੱਗੇ ਪਤਾ ਨਹੀਂ ਕੀ ਬਣਨਾ। ਨਾਲ ਜਿਹੜੀ ਇੱਧਰ ਕਾਂਗਰਸ ਹੈ, ਉਹ ਵੀ ਹਾਈ ਕਮਾਂਡ ਜਾਣਦੀ ਹੈ ਕਿ ਸਾਨੂੰ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ ਹਾਈ ਕਮਾਂਡ ਨੂੰ, ਆਪਣੇ ਹੀ ਲੋਕ ਬੋਲਦੇ ਨੇ ਜੀ, ਔਰ ਭਾਵੇਂ ਦਬੀ ਜ਼ੁਬਾਨ 'ਚ ਬੋਲਦੇ ਨੇ, ਪਰ ਕਈ ਬੁਲੰਦ ਆਵਾਜ਼ 'ਚ ਵੀ ਬੋਲਦੇ ਨੇ, ਫਿਰ ਛੱਡ ਕੇ ਵੀ ਚਲੇ ਜਾਂਦੇ ਨੇ। ਕੈਪਟਨ ਸਾਹਿਬ ਨੂੰ ਇਹਨਾਂ ਨੇ ਕਹਿ ਦਿੱਤਾ ਜਾਣ ਵਾਸਤੇ, ਤੇ ਜਾਖੜ ਸਾਹਿਬ ਆਪ ਛੱਡ ਕੇ ਬੀਜੇਪੀ 'ਚ ਚਲੇ ਗਏ। ਜਾਖੜ ਸਾਹਿਬ ਨੇ ਤਾਂ ਮਤਲਬ ਹੀਰਾਂ ਘੱਤ ਲਈਆਂ ਉਧਰਲੀਆਂ। ਅੱਛਾ, ਵੱਡੀ ਜਿਹੜੀ ਗੱਲ ਸੀ ਨਾ ਵੀ ਜਾਖੜ ਸਾਹਿਬ ਬਾਰੇ ਪਤਾ ਤਾਂ ਪਹਿਲੇ ਲੱਗ ਗਿਆ ਸੀ ਵੀ ਇਹ ਹੁਣ ਜਾਣਗੇ ਕਿਸੇ ਨਾ ਕਿਸੇ ਪਾਰਟੀ 'ਚ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਗੁੱਡ ਬਾਏ ਕਿਹਾ ਨਾ, ਗੁੱਡ ਲੱਕ ਵੀ ਕਿਹਾ। ਇਹ ਹੁਣ ਇਹ ਉਦੋਂ ਕਿਹਾ ਜਾਂਦਾ ਜਦੋਂ ਬੰਦਾ ਕਹਿੰਦਾ ਵੀ ਜਿੱਦਾਂ ਹੁਣ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਿਹਾ ਸੀ, ਉਹਨਾਂ ਨੇ ਵੀ ਇਦਾਂ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਸੀ ਤੇ ਬਾਅਦ 'ਚ ਆਪਣੀ ਪਾਰਟੀ ਬਣਾ ਲਈ ਸੀ, ਗ੍ਰੇਸ। ਹਾਂ, ਹੁਣ ਇਹਨਾਂ ਨੇ ਵੀ ਉਹ ਕ੍ਰੀਏਟ ਕੀਤਾ ਕਿ ਤੁਸੀਂ ਮੈਨੂੰ ਕੱਢਿਆ ਨਾ, ਹੁਣ ਮੈਂ ਤੁਹਾਨੂੰ ਕੱਢੂੰਗਾ ਇੱਥੋਂ, ਤੇ ਇਹਨਾਂ ਨੇ ਜਾ ਕੇ ਹੱਥ ਮਿਲਾ ਲਿਆ ਬੀਜੇਪੀ ਦੇ ਨਾਲ। ਹੁਣ ਦੇਖੋ ਜਾਖੜ ਸਾਹਿਬ, ਤੁਸੀਂ ਤਾਂ ਲੈ ਚੁੱਕੇ ਹੋ ਸੰਨਿਆਸ ਰਾਜਨੀਤੀ ਤੋਂ, ਚਾਹੇ ਕਿਸੇ ਪਾਰਟੀ ਤੋਂ ਲਿਆ ਹੋਵੇ। ਜਦ ਤੁਸੀਂ ਸੰਨਿਆਸ ਲੈ ਲਿਆ ਤੇ ਉਹਨਾਂ ਦੀ ਚੌਖੜ ਚੜ੍ਹਨ ਦਾ ਕੀ ਤੁਹਾਨੂੰ ਚੱਜ ਚੜ੍ਹਿਆ ਸੀ? ਤੁਸੀਂ ਦੇਖੋ, ਤੁਸੀਂ ਏਡੇ ਮਤਲਬ ਚੰਗੇ ਪਰਿਵਾਰ ਤੋਂ ਇੱਕ ਤੁਸੀਂ ਪੂਰੀ ਜ਼ਿੰਦਗੀ ਗੁਜ਼ਾਰੀ ਹੈ ਇੱਕ ਪਾਰਟੀ ਦੀ, ਤੁਹਾਨੂੰ ਉਸ ਪਾਰਟੀ ਦੇ ਬਾਰੇ ਕੁਝ ਨਹੀਂ ਪਸੰਦ ਆਇਆ, ਤੇ ਜਿਵੇਂ ਉਹਨਾਂ ਨੇ ਆਪਣੀ ਕਾਂਗਰਸ ਪਾਰਟੀ ਇੱਕ ਹੋਰ ਬਣਾ ਲਈ ਸੀ ਕੈਪਟਨ ਸਾਹਿਬ ਨੇ, ਤੇ ਤੁਸੀਂ ਵੀ ਕਾਂਗਰਸ ਦੇ ਨਾਂ 'ਤੇ ਇੱਕ ਹੋਰ ਪਾਰਟੀ ਬਣਾ ਲੈਂਦੇ। ਪੰਜਾਬ ਲੋਕ ਕਾਂਗਰਸ ਉਹਨਾਂ ਨੇ ਬਣਾਈ ਕੈਪਟਨ ਸਾਹਿਬ ਜੀ, ਪਰ ਹੱਥ ਤਾਂ ਮਿਲਾਇਆ ਨਾ ਬੀਜੇਪੀ ਨਾਲ। ਉਹ ਤਾਂ ਚਲੋ ਬਾਦਲਾਂ ਦਾ ਵੀ ਮਿਲਿਆ, ਕੈਪਟਨ ਸਾਹਿਬ ਦਾ ਵੀ ਜ਼ਾਹਰ ਹੋ ਗਿਆ ਮਿਲਿਆ, ਤੇ ਹੁਣ ਜਾਖੜ ਸਾਹਿਬ ਦਾ ਵੀ ਇੱਥੋਂ ਪਤਾ ਲੱਗ ਗਿਆ ਕਿ ਪਹਿਲਾਂ ਹੀ ਮਿਲਿਆ ਸੀ ਇਹ, ਪਹਿਲਾਂ ਮਿਲਿਆ ਹੋਇਆ ਸੀ। ਔਰ ਇੱਥੋਂ ਇਹ ਨੀਤ ਸਾਫ਼ ਹੋ ਗਈ ਕਿ ਕਾਂਗਰਸ ਨੇ ਜਾਖੜ ਸਾਹਿਬ ਨੂੰ ਜੇ ਨਹੀਂ ਪੰਜਾਬ ਦੀ ਵਾਗਡੋਰ ਦਿੱਤੀ ਤਾਂ ਸਹੀ ਕੀਤਾ। ਇਹਨਾਂ ਨੇ ਖੁਦ ਸਾਬਿਤ ਕਰਤਾ ਕਿ ਮੈਂ ਤਾਂ ਦੋਗਲਾ ਸੀ। ਹੋ ਸਕਦਾ ਹੈ, ਪਰ ਪੰਕਜ ਜੀ ਇਹ ਵੀ ਹੋ ਸਕਦਾ ਹੈ ਕਿ ਇਹ ਜਵਾਬ ਦੇਣਾ ਚਾਹੁੰਦੇ ਹੁਣ, ਕਰਾਰਾ ਜਵਾਬ, ਜਿੱਦਾਂ ਕੈਪਟਨ ਸਾਹਿਬ ਕਹਿੰਦੇ ਨੇ ਕਿ ਮੈਂ ਭਾਵੇਂ ਆਪਣੀ ਪੰਜਾਬ ਲੋਕ ਕਾਂਗਰਸ ਬਣਾ ਲਈ ਹੈ, ਪਰ ਬੀਜੇਪੀ ਨਾਲ ਸ਼ੇਕ ਹੈਂਡ ਕਰਕੇ ਕਾਂਗਰਸ ਨੂੰ ਜਵਾਬ ਦਿੱਤਾ। ਪਰ ਜੋ ਕਾਂਗਰਸ ਨੂੰ ਸੰਜੀਵ ਜੀ ਜਵਾਬ ਕਿੱਦਾਂ ਦੇਣਗੇ? ਮਤਲਬ ਜਵਾਬ ਤਾਂ ਉਹਨੂੰ ਦੇਣਾ ਨਾ ਜਿਹੜਾ ਸੱਤਾ ਤੇ ਬੈਠੀ ਆਮ ਆਦਮੀ ਪਾਰਟੀ। ਤੁਸੀਂ ਖਿਲਾਫ ਤਾਂ ਉਹਦੇ ਬੋਲੂਗੇ ਉਹਨੂੰ ਲਾਉਣ ਲਈ। ਇਹ ਤਾਂ ਪਹਿਲੀ ਲੱਥੀ ਵੀ ਪਾਰਟੀ ਹੈ, ਇਹ ਤਾਂ ਆਪ ਆਪਣੇ ਪੈਰ ਸੰਭਾਲਦੀ ਪਈ ਜਾਂਦੀ, ਤੁਸੀਂ ਇਹਨੂੰ ਛੱਡ ਕੇ ਚਲੇ ਵੀ ਗਏ, ਇਹਦੇ ਬਾਰੇ ਕੀ ਕਹਿ ਲਓਗੇ? ਇਹ ਤਾਂ ਪਹਿਲੀ ਹਰੀ ਹੋਈ ਪਾਰਟੀ ਹੈ। ਬਿਲਕੁਲ ਸਹੀ ਗੱਲ ਹੈ, ਪਰ ਇਹ ਹੈ ਕਿ ਬੀਜੇਪੀ ਨੂੰ ਇੱਕ ਨੋਨ ਫੇਸ ਮਿਲ ਗਿਆ ਜੋ ਪੰਜਾਬ ਦੇ ਵਿੱਚ ਨਹੀਂ ਸੀ, ਇੱਕ ਵੱਡਾ ਚਿਹਰਾ। ਹੁਣ ਹੋਣਾ ਕੀ ਹੈ ਮੈਂ ਦੱਸਾਂ ਤੁਹਾਨੂੰ ਸੰਜੀਵ ਜੀ, ਇੱਕ ਬਹੁਤ ਵੱਡਾ ਖਦਸ਼ਾ ਜਿਹੜਾ ਪੈਦਾ ਹੋ ਰਿਹਾ ਨਾ, ਉਹ ਇਹ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਭਗਵੰਤ ਮਾਨ ਹੋਰਾਂ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਹਨਾਂ ਦੀ ਗਵਰਨਮੈਂਟ ਦੀ, ਇਹਨਾਂ ਦੀ ਕਾਰਜ ਪ੍ਰਣਾਲੀ ਦੀ, ਇਹਨਾਂ ਦੀ ਜਿਹੜੀ ਵਿਵਸਥਾ ਹੈ ਜਾਂ ਐਡਮਿਨਿਸਟ੍ਰੇਟਿਵ ਇਹਨਾਂ ਦਾ ਤਰੀਕਾ ਹੈ, ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦਾ ਇੱਦਾਂ ਦਾ ਤਰੀਕਾ ਬਣਾਇਆ ਜਾ ਰਿਹਾ ਜਾਂ ਇੱਦਾਂ ਦੇ ਇਹਨਾਂ ਨੂੰ ਬਣਾਇਆ ਜਾ ਰਿਹਾ ਇੱਕ ਕਿਓਸ ਕਿ ਇਹ ਬਣਾਤਾ ਜਾਵੇ ਕਿ ਭਗਵੰਤ ਮਾਨ ਹੋਰੀ ਕੁਝ ਵੀ ਆਪ ਨਹੀਂ ਕਰ ਰਹੇ, ਇਹ ਬਲਕਿ ਦਿੱਲੀੋਂ ਜਾ ਕੇ ਸੰਦੇਸ਼ ਲੈ ਕੇ ਆਉਂਦੇ ਆ ਤੇ ਉਹ ਅੱਗੇ ਚੇਪ ਦਿੰਦੇ ਆ, ਪਾਵਰ ਲੈ ਕੇ ਆਉਂਦੇ ਨੇ। ਇਹੀ ਹੈ ਨਾ ਜੀ, ਤੁਹਾਡੇ ਮਨ 'ਚ ਵੀ ਆ ਰਿਹਾ ਹੋਣਾ ਇਹ। ਪਰ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਦੀ ਜਿਹੜੀ ਬੋ ਆ ਰਹੀ ਹੈ, ਸ਼ਾਇਦ ਉਹ ਕੁਝ ਲੋਕਾਂ ਨੂੰ ਤਾਂ ਆਉਣੀ ਸ਼ੁਰੂ ਹੋ ਗਈ ਹੈ ਤੇ ਕੁਝ ਲੋਕਾਂ ਨੂੰ ਥੋੜ੍ਹੀ ਦੇਰ ਤੱਕ ਆ ਜਾਏਗੀ। ਉਹ ਇਹ ਹੈ ਕਿ ਪੰਜਾਬ ਜਿਹੜਾ ਹੈ ਨਾ ਜੀ, ਉਹ ਕਾਹਦੇ ਨਾਲ ਜਾਣਿਆ ਜਾਂਦਾ ਹੈ? ਪੰਜਾਬ ਜਾਣਿਆ ਜਾਂਦਾ ਸਿੱਖ ਕਮਿਊਨਿਟੀ ਦੇ ਨਾਲ। ਇੱਥੇ ਸਿੱਖ ਜ਼ਿਆਦਾ ਹੈਗੇ ਆ। ਜਦੋਂ ਬੀਜੇਪੀ ਨੇ ਆਪਣਾ ਮੁੱਖ ਮੰਤਰੀ ਐਲਾਨ ਕਰਨਾ ਸੀ, ਉਹਨਾਂ ਨੇ ਕਿਹਾ ਸਾਡਾ ਮੁੱਖ ਮੰਤਰੀ ਇੱਕ ਸਿੱਖ ਚਿਹਰਾ ਹੋਊਗਾ। ਹਾਂਜੀ, ਤੇ ਉਹ ਕੈਪਟਨ ਸਾਹਿਬ ਹੋ ਸਕਦੇ ਸੀ। ਬਿਲਕੁਲ, ਜਿਹੜੀ ਕੈਪਟਨ ਸਾਹਿਬ ਨੇ ਪਾਰਟੀ ਨੂੰ ਉੱਥੋਂ ਆਪ ਹੀ ਸੀਗੇ। ਜਦੋਂ ਵਾਰੀ ਆਈ ਕਾਂਗਰਸ ਦੀ ਤਾਂ ਉਹਨਾਂ ਕੋਲ ਚੰਨੀ ਸਾਹਿਬ ਸੀਗੇ, ਵੀ ਸਿੱਖ ਚਿਹਰਾ ਚੰਨੀ ਹੋਣਗੇ। ਮਤਲਬ ਜਦੋਂ ਜਾਖੜ ਜੀ ਦਾ ਨਾਮ ਆਇਆ ਤੇ ਅੰਬਿਕਾ ਸੋਨੀ ਨੇ ਕਹਿਤਾ ਕਿ ਨਹੀਂ ਜੀ ਜਾਖੜ ਸਾਹਿਬ ਹੋ ਸਕਦੇ, ਸਿੱਖ ਚਿਹਰਾ ਹੋਣਾ ਚਾਹੀਦਾ। ਉਹ ਹਾਲਾਂਕਿ ਜਾਖੜ ਸਾਹਿਬ ਨੂੰ ਵੋਟਾਂ ਬਹੁਤ ਮਿਲੀਆਂ ਸੀਗੀਆਂ, ਉਹਨਾਂ ਦੇ ਹੱਕ ਵਿੱਚ ਭੁਗਤਣ ਤੋਂ ਬਾਅਦ ਵੀ ਇੱਕ ਸਿੱਖ ਚਿਹਰਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ।
ਦਲਿਤ ਵੀ ਉਹਨਾਂ ਦੇ ਨਾਲ ਵਰਡ ਦਲਿਤ ਤਾਂ ਸਿਰਫ ਇੱਕ ਲਾ ਦਿੱਤਾ ਕਿ ਉਹ ਦਲਿਤ ਵੀ ਹੈ ਤੇ ਉਹਦੇ ਤੋਂ ਦਲਿਤ ਕਾਰਡ ਖੇਲਿਆ ਜਾਵੇ, ਕਾਰਡ ਖੇਡਣਾ ਚਾਹੁੰਦੇ ਸੀ ਦਲਿਤ ਕਾਰਡ ਖੇਲਿਆ, ਪਰ ਉਹ ਕਾਰਡ ਦਾ ਕੋਈ ਮਤਲਬ ਨਹੀਂ ਸੀਗਾ। ਉਹਨਾਂ ਅਸਲ 'ਚ ਸੀਗਾ ਵੀ ਸਿੱਖ ਚਿਹਰਾ ਇੱਕ ਹੋਣਾ ਚਾਹੀਦਾ ਔਰ ਉਹਦੇ ਨਾਲ ਉਹ ਦਲਿਤ ਵੀ ਹੈ ਤੇ ਸਾਨੂੰ ਡਬਲ ਫਾਇਦਾ ਹੋ ਗਿਆ, ਡਬਲ ਬੈਨੀਫਿਟ ਹੋਇਆ। ਹਾਲਾਂਕਿ ਸਿੱਖ ਚਿਹਰਾ ਸਿੱਧੂ ਵੀ ਸੀਗਾ, ਪਰ ਸਿੱਧੂ ਕਿਉਂਕਿ ਨਹੀਂ ਸਿੱਧੂ ਨੂੰ ਬਣਾਉਣਾ ਨਹੀਂ ਚਾਹੁੰਦੇ ਸੀ ਉਹ, ਇਸ ਕਰਕੇ ਕਿ ਸਿੱਧੂ ਉਹਨਾਂ ਨੂੰ ਪਤਾ ਸੀ ਕੱਲ੍ਹ ਨੂੰ ਕੋਈ ਪੰਗਾ ਖੜਾ ਕਰੇਗਾ। ਰੰਧਾਵਾ ਸਾਹਿਬ ਵੀ ਲਾਈਨ ਵਿੱਚ ਕੈਂਡੀਡੇਟ ਸੀ, ਇਸ ਕਰਕੇ ਉਹਨਾਂ ਡਬਲ ਕਾਰਡ ਖੇਲਦੇ ਉਹਨਾਂ ਨੇ ਬਣਾ ਲਿਆ ਚੰਨੀ ਸਾਹਿਬ ਨੂੰ। ਪਰ ਇਧਰੋਂ ਹੁਣ ਪੰਗਾ ਪੈ ਗਿਆ ਆਮ ਆਦਮੀ ਪਾਰਟੀ ਦਾ। ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਮੈਂ ਆਉਣਾ ਪੰਜਾਬ ਦੇ ਵਿੱਚ, ਪਰ ਹੁਣ ਸਾਰੇ ਸਿੱਖ ਚਿਹਰਾ ਕਰ ਰਹੇ ਸੀ। ਜੇ ਕੇਜਰੀਵਾਲ ਸਾਹਿਬ ਆਪਣਾ ਨਾਮ ਅਨਾਉਂਸ ਕਰ ਦਿੰਦੇ ਜਾਂ ਕੁੰਵਰ ਵਿਜੇ ਪ੍ਰਤਾਪ ਦਾ ਕਰ ਦਿੰਦੇ, ਉਹ ਵੀ ਮੋਨੇ ਸੀਗੇ, ਉਹਨਾਂ ਦੇ ਕੇਸ ਨਹੀਂ ਹੈਗੇ। ਹੋਇਆ ਕਿ ਉਹਨਾਂ ਨੂੰ ਬਦੋ-ਬਦੀ ਦਿਲੋਂ ਵੀ ਨਾ ਚਾਹੁੰਦੇ ਹੋਏ ਭਗਵੰਤ ਮਾਨ ਹੋਣਾ ਦਾ ਨਾਂ ਅਨਾਉਂਸ ਕਰਨਾ ਪੈ ਗਿਆ। ਭਗਵੰਤ ਮਾਨ ਹੋਰੀ ਤਾਂ ਆਪਣੇ ਵੱਲੋਂ ਤਾਂ ਆਪਣੀ ਛਾਤੀ ਠੋਕ ਹੀ ਚੁੱਕੇ ਸੀ ਨਾ ਕਿ ਮੈਂ ਹੀ ਇੱਥੋਂ ਦਾ ਮੁੱਖ ਮੰਤਰੀ ਹੋਊਂਗਾ, ਪਰ ਉਹ ਗੱਲ ਉੱਪਰ ਤੱਕ ਵਾਰਾ ਨਹੀਂ ਸੀ ਖਾ ਰਹੀ। ਪਰ ਜਦੋਂ ਮਜਬੂਰ ਹੋ ਗਏ ਕਿ ਹੁਣ ਅਸੀਂ ਇਹਨਾਂ ਨੂੰ ਕਿੱਦਾਂ ਰੋਕੀਏ ਜਾਂ ਆਪਣੇ ਸ਼ਿਕੰਜੇ 'ਚ ਕਿੱਦਾਂ ਲੈ ਕੇ ਆਈਏ, ਤਾਂ ਉਹਨਾਂ ਨੇ ਭਗਵੰਤ ਮਾਨ ਦਾ ਨਾਮ ਲੈ ਲਿਆ। ਹੁਣ ਹੋਇਆ ਇਹ ਕਿ ਭਗਵੰਤ ਮਾਨ ਨੂੰ ਕਮਾਂਡ ਨਹੀਂ ਦੇ ਰਹੇ, ਕਮਾਂਡ ਆਪ ਲੈ ਰਹੇ ਆ ਸਾਰੀ, ਆਪ ਦੱਸ ਰਿਹਾ ਵੀ ਮੈਂ ਇੱਦਾਂ ਚਾਹੁੰਦਾ, ਮੈਂ ਇੱਦਾਂ ਚਾਹੁੰਦਾ, ਤੂੰ ਆਹ ਅਨਾਉਂਸਮੈਂਟ ਕਰ ਦੇ। ਇਹ ਹੋ ਸਕਦੀ ਗੱਲ ਸੱਚੀ ਕਿ ਭਗਵੰਤ ਮਾਨ ਹੋਰੀ ਐਡਮਿਨਿਸਟ੍ਰੇਸ਼ਨ ਲੈਵਲ ਦੇ ਉੱਪਰ ਸਹੀ ਨਾ ਕਰ ਰਹੇ ਹੋਣ, ਪਰ ਹੁਣ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਿਓਸ ਕੀ ਬਣਾਇਆ ਜਾ ਰਿਹਾ, ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਨੂੰ ਡਾਊਨ ਕਰਨ ਲਈ ਭਗਵੰਤ ਮਾਨ ਹੋਰਾਂ ਨੂੰ ਡਾਊਨ ਕਰਨਗੇ ਇਹ, ਤਾਂ ਕਿ ਪੰਜਾਬ ਦੇ ਉੱਪਰ ਰਾਜ ਜਾਂ ਤਾਂ ਕੇਜਰੀਵਾਲ ਕਰੇ ਜਾਂ ਫਿਰ ਵਿਜੇ ਪ੍ਰਤਾਪ ਹੋਣੀ। ਇੱਕ ਸਿੱਖ ਚਿਹਰੇ ਨੂੰ ਸੀਐਮ ਬਣਾਉਣ ਤੋਂ ਬਾਅਦ ਉਹਦੀ ਐਡਮਿਨਿਸਟ੍ਰੇਸ਼ਨ ਨੂੰ ਇਸ ਤਰੀਕੇ ਨਾਲ ਖਤਮ ਕਰ ਦਿਓ ਕਿ ਅਸੀਂ ਸਿੱਖ ਚਿਹਰਾ ਵੀ ਅਨਾਉਂਸ ਕਰਕੇ ਦੇਖ ਲਿਆ, ਹੋਇਆ ਤਾਂ ਕੱਖ ਨਹੀਂ ਇਹਦੇ ਕੋਲੋਂ, ਸੰਭਲਿਆ ਹੀ ਨਹੀਂ। ਇਹਦੇ 'ਚੋਂ ਇੱਕ ਜਿਹੜੀ ਬੋ ਆ ਰਹੀ ਹੈ ਉਹ ਇਹ ਹੈ ਕਿ ਤੁਸੀਂ ਜਿਹੜੀ ਗੱਲ ਕੀਤੀ ਸੀਗੀ ਵੀ ਜਾਖੜ ਸਾਹਿਬ ਚਲੇ ਗਏ ਆ ਉਧਰ, ਇੱਕ ਵੱਡਾ ਚਿਹਰਾ ਨੂੰ ਮਿਲ ਗਿਆ, ਜਾਖੜ ਜੀ ਵੀ ਸਿੱਖ ਨਹੀਂ ਨਾ ਹੈਗੇ, ਸਿੱਖ ਚਿਹਰਾ ਤਾਂ ਹੈ ਨਹੀਂ ਗੇ। ਹੁਣ ਬੀਜੇਪੀ ਨੂੰ ਜਾਖੜ ਜੀ ਮਿਲ ਗਏ। ਹੁਣ ਜੇ ਅਗਲੀ ਵਾਰੀ ਉਹ ਕਰਨਗੇ ਜਾਂ ਸਰਕਾਰ ਨੂੰ ਸਿੱਟਣ ਲਈ ਕੁਝ ਵੀ ਕਰਨਗੇ, ਹੱਥ ਕੰਡੇ ਬਣਾਉਣਗੇ, ਤਾਂ ਉਹਨਾਂ ਕੋਲ ਮੁੱਖ ਮੰਤਰੀ ਚਿਹਰਾ ਕਿਹੜਾ ਹੈ? ਜਾਖੜ ਜੀ। ਤੇ ਪੰਜਾਬ ਦੇ ਵਿੱਚ ਜਿਹੜਾ ਕਿਓਸ ਲੱਗ ਰਿਹਾ ਸੀਗਾ ਉਹ ਸੱਚ ਸੰਦਾ ਸਾਬਤ ਹੋ ਰਿਹਾ ਹੈ ਕਿ ਸਿੱਖ ਕਮਿਊਨਿਟੀ ਨੂੰ, ਸਿੱਖ ਚਿਹਰੇ ਨੂੰ ਡਾਊਨ ਕਰਨ ਲਈ ਕਿ ਪੰਜਾਬ ਦੇ ਵਿੱਚ ਕਮਾਂਡ ਸਿੱਖਾਂ ਕੋਲੋਂ ਲੈ ਕੇ ਦੂਸਰਿਆਂ ਨੂੰ ਦਿੱਤੀ ਜਾਵੇ, ਦੂਸਰੀ ਕਮਿਊਨਿਟੀ ਨੂੰ, ਇਹ ਇੱਕ ਮੁਹਿੰਮ ਵਿੱਢੀ ਜਾ ਰਹੀ ਹੈ। ਜਿੱਦਾਂ ਤੁਸੀਂ ਇਹ ਗੱਲ ਡਿਸਕ੍ਰਾਈਬ ਕਰ ਰਹੇ ਹੋ ਸਕਦਾ ਕਿ ਮਾਨ ਸਾਹਿਬ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਹੋਵੇ। ਬਿਲਕੁਲ। ਹੁਣ ਇਹ ਹੋ ਸਕਦਾ ਕਿ ਕਿਤੇ ਨਾ ਕਿਤੇ ਇੱਕ ਪਰਸਨੈਲਿਟੀ ਕਲੈਸ਼ ਹੋਣਾ ਲਾਜ਼ਮੀ ਹੈ ਕੇਜਰੀਵਾਲ ਸਾਹਿਬ ਦੇ ਵਿੱਚ ਔਰ ਭਗਵੰਤ ਮਾਨ ਸਾਹਿਬ ਦੇ ਵਿੱਚ, ਕਿਉਂਕਿ ਸਾਈਕੋਲੋਜੀ ਹੈ ਇਨਸਾਨ ਦੀ। ਕਿਉਂਕਿ ਬੀਇੰਗ ਅ ਸੀਐਮ ਤੁਹਾਨੂੰ ਸੀਐਮ ਤੇ ਬਣਨਾ ਹੀ ਪਏਗਾ ਨਾ, ਤੁਸੀਂ ਸੀਐਮ ਦਿਖਣੇ ਚਾਹੀਦੇ ਹੋ ਔਰ ਪ੍ਰੈਕਟੀਕਲੀ ਦਿਖਣੇ ਚਾਹੀਦੇ ਹੋ, ਥਿਊਰੀ ਵਿੱਚ ਨਹੀਂ, ਐਕਸ਼ਨ ਦੇ ਵਿੱਚ। ਤਾਂ ਉਹ ਜਦੋਂ ਚੀਜ਼ ਆਉਣੀ ਹੈ ਤੁਹਾਨੂੰ ਇੱਕ ਹੱਦ ਦੇਣੀ ਪੈਣੀ ਹੈ, ਇੱਕ ਲਾਲ ਲਕੀਰ ਖਿੱਚਣੀ ਪੈਣੀ ਹੈ। ਇਹ ਕੇਜਰੀਵਾਲ ਸਾਹਿਬ ਤੁਹਾਡੀ ਇੱਥੇ ਮੁੱਕ ਜਾਂਦੀ ਹੈ, ਇੱਥੋਂ ਮੇਰੀ ਉਹ ਖਿੱਚਣੀ ਪੈਣੀ ਹੈ ਔਰ ਉੱਥੇ ਹੀ ਪਰਸਨੈਲਿਟੀ ਕਲੈਸ਼ ਹੋਣਾ। ਔਰ ਕੇਜਰੀਵਾਲ ਸਾਹਿਬ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਤੁਸੀਂ ਇਹ ਕਰਦੇ ਕੀ ਪਏ ਹੋ। ਹੁਣ ਇੱਕ ਸਟੇਜ ਆ, ਆਪਾਂ ਨੂੰ ਸਟੇਜ ਦੇ ਹਿਸਾਬ ਨਾਲ ਸੋਚੀਏ। ਇੱਕ ਡਾਇਰੈਕਟਰ ਨੇ ਸਟੇਜ ਦੇ ਉੱਤੇ ਐਕਟਰ ਨੂੰ ਸਾਰਾ ਟ੍ਰੇਨਿੰਗ ਕਰਕੇ ਭੇਜ ਦਿੱਤਾ ਕਿ ਜਾ ਕੇ ਬਈ ਤੂੰ ਆਪਣਾ ਨਾਟਕ ਕਰ, ਸ਼ੋਅ ਕਰ। ਹੁਣ ਸਟੇਜ ਦੇ ਉੱਤੇ ਉਹਨੂੰ ਖੁੱਲਾ ਛੱਡ ਦਿਓ, ਉਹਨਾਂ ਨੂੰ ਕਰਨ ਦਿਓ ਨਾਟਕ, ਕਿੱਥੇ ਤੱਕ ਉਹਨੂੰ ਖਿੱਚੋਗੇ ਤੁਸੀਂ? ਸਟੇਜ ਪਰਫਾਰਮੈਂਸ ਵਿਗੜ ਜਾਏਗੀ ਨਹੀਂ ਤੇ, ਕਿਉਂਕਿ ਲੋਕੀ ਕਮਲੇ ਨਹੀਂ ਹੈਗੇ, ਜਨਤਾ ਪਾਗਲ ਨਹੀਂ ਹੈ। ਜਿਹਨੇ 92 ਵਿਧਾਇਕ ਜਿਤਾਏ ਨੇ, ਉਹ ਬਦਲਾਅ ਲਿਆਉਣ ਵਾਸਤੇ ਉਹ ਜਨਤਾ ਦੇਖਦੀ ਪਈ ਹੈ ਕਿ ਕੀ ਗੇਮ ਚੱਲਦੀ ਪਈ ਹੈ। ਪਰ ਇਹ ਸਟੇਜ ਦਾ ਨਾਟਕ ਨਹੀਂ ਹੈ ਨਾ, ਇਹ ਕਠਪੁਤਲੀ ਡਾਂਸ ਬਣਾਉਣਾ ਚਾਹੁੰਦੇ ਨੇ। ਸੋ ਇਹ ਗੱਲ ਸਭ ਸਮਝਦੇ ਪਏ ਨੇ। ਤਾਂ ਕੇਜਰੀਵਾਲ ਸਾਹਿਬ ਨੂੰ ਵੀ ਇਹ ਚੀਜ਼ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਮੈਂ ਕਿੰਨੇ ਕੁ ਤੁਣਕੇ ਮਾਰ ਲੂੰਗਾ। ਇੱਕ ਲਿਮਿਟ ਹੈ, ਉਹ ਦਿਖੇਗੀ ਤੇ ਫਿਰ ਪਬਲਿਕ ਦਾ ਰੋਸ ਫੁੱਟੇਗਾ, ਕਿਉਂਕਿ ਡੈਮੋਕ੍ਰੇਸੀ ਹੈ, ਕੋਈ ਤਾਨਾਸ਼ਾਹੀ ਤਾਂ ਹੈ ਨਹੀਂ ਕਿ ਜੋ ਕੁਝ ਕਹੋਗੇ ਸਾਰੇ ਮੰਨ ਲਾਂਗੇ। ਅਸੀਂ ਸਾਰੇ ਖੜੇ ਵੀ ਹੋ ਸਕਦੇ ਹਾਂ, ਜੋ ਜਿਤਾ ਸਕਦੇ ਨੇ ਉਹ ਹਰਾ ਵੀ ਸਕਦੇ ਨੇ, ਜੋ ਪਾਵਰ ਦੇ ਸਕਦੇ ਨੇ ਉਹ ਪਾਵਰ ਵਾਪਸ ਵੀ ਲੈ ਸਕਦੇ ਨੇ, ਕਾਰਨ ਸਾਡਾ ਸੰਵਿਧਾਨ ਸਾਨੂੰ ਇਹ ਹੱਕ ਦਿੰਦਾ। ਔਰ ਲੋਕਾਂ ਦੇ ਕੋਲ ਪਾਵਰ ਹੈ ਜਿਹੜੀ, ਉਹੀ ਪਾਵਰ ਲੋਕ ਦਿੰਦੇ ਨੇ, ਉਹੀ ਪਾਵਰ ਲੋਕ ਵਾਪਸ ਲੈ ਲੈਂਦੇ ਨੇ। ਫੈਡਰਲ ਸਟਰਕਚਰ, ਸੰਵਿਧਾਨ ਇਸ ਚੀਜ਼ ਦੀ ਆਗਿਆ ਦਿੰਦਾ। ਪਰ ਮੇਰਾ ਜਿਹੜਾ ਨਾ ਮੁੱਦਾ ਜਿਹੜਾ ਜਾਂ ਤਰਕ ਹੈ ਉਹ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਕਮਿਊਨਿਟੀ ਨੂੰ ਜਾਂ ਸਿੱਖ ਕਮਿਊਨਿਟੀ ਨੂੰ ਡਾਊਨ ਕਰਨ ਦੀ ਜਿਹੜੀ ਇਹਨਾਂ ਦੀ ਚਾਲ ਹੈ, ਉਹਦੇ 'ਤੇ ਇਹ ਕੰਮ ਕਰ ਰਹੇ ਨੇ। ਔਰ ਤੁਸੀਂ ਦੇਖੋ ਹੁਣ ਗਿਆਨਵਾਪੀ ਵਾਲਾ ਮੁੱਦਾ ਸ਼ੁਰੂ ਹੋ ਗਿਆ। ਹਾਂਜੀ, ਸ਼ੁਰੂ ਹੋ ਗਿਆ ਜੀ, ਉਹਨਾਂ ਨੂੰ ਪਟਪਟੀਆ ਸ਼ੁਰੂ ਕਰ ਰਿਹਾ, ਕਹਿੰਦੇ ਵਿੱਚੋਂ ਸ਼ਿਵਲਿੰਗ ਵੀ ਮਿਲ ਗਿਆ, ਹੈ ਨਾ ਜੀ। ਅੱਧੇ ਕਹੀ ਜਾਂਦੇ ਉਹ ਸ਼ਿਵਲਿੰਗ ਤਾਂ ਫੁਹਾਰਾ ਆ। ਹੁਣ ਤੁਸੀਂ ਇਹ ਦੇਖੋ ਵੀ ਸੰਨ 2024 ਦੇ ਵਿੱਚ ਇਲੈਕਸ਼ਨ ਹੈ ਤੇ 2 ਸਾਲ ਬਚੇ ਹੈ ਤੇ ਗਰਾਊਂਡ ਤਿਆਰ ਹੋਣੀ ਸ਼ੁਰੂ ਹੋ ਗਈ। ਬਿਲਕੁਲ ਸਹੀ ਗੱਲ ਹੈ। ਹਿੰਦੂ ਮੁਸਲਿਮ ਸ਼ੁਰੂ ਹੋਇਆ ਕਿ ਨਹੀਂ?
ਇਹ ਇਸ ਤਰ੍ਹਾਂ ਕਰਦੇ ਜੀ ਐਂਡ ਤੱਕ ਆਂਦੇ ਇਲੈਕਸ਼ਨ ਆਣੇ ਆ ਤੇ ਉਦੋਂ ਇਹ ਮੁੱਦਾ ਬਿਲਕੁਲ ਗਰਮਾਇਆ ਹੋਣਾ, ਉਹਦੇ ਤੇ ਕਬਜ਼ੇ ਹੋ ਜਾਣੇ ਆ, ਸੱਤਾ ਫੇਰ ਹੱਥ ਵਿੱਚ ਆ ਜਾਣੀ ਹੈ। ਦੇਖੋ ਪਟਿਆਲੇ ਦੇ ਵਿੱਚ ਵੀ ਇਹ ਹੋਇਆ, ਇਹੀ ਕੁਝ ਚੱਲਦਾ ਪਿਆ ਸੀ। ਔਰ ਥਾਂ ਦੇ ਉੱਤੇ ਤੁਸੀਂ ਦੇਖੋ ਜਿਹੜੀਆਂ ਇਹ ਸਾਰੀਆਂ ਗੱਲਾਂ ਚੱਲਦੀਆਂ ਪਈਆਂ ਨੇ, ਸਾਰੀਆਂ ਡਿਸਕਸ਼ਨਸ ਚੱਲਦੀਆਂ ਪਈਆਂ ਨੇ, ਸਾਰੇ ਇਸ ਗੱਲ ਨੂੰ ਸਮਝਦੇ ਪਏ ਨੇ ਕਿ ਇਹ ਕੋਈ ਮੁੱਦਾ ਨਹੀਂ ਹੈ, ਪਰ ਇਹਨੂੰ ਮੁੱਦਾ ਬਣਾਇਆ ਜਾ ਰਿਹਾ ਹੈ ਕਿਉਂਕਿ ਹੋਰ ਕੁਝ ਹੱਥ ਵਸ ਹੈ ਨਹੀਂ। ਪੰਜਾਬ ਦੇ ਵਿੱਚ ਇੱਕ ਪੁਰਾਣਾ ਮੁੱਦਾ ਚੁੱਕ ਕੇ ਲਿਆ ਹੈ ਜੋ ਇਸ ਵਕਤ ਐਗਜ਼ਿਸਟ ਨਹੀਂ ਕਰਦਾ, ਕਿਤੇ ਵੀ ਐਗਜ਼ਿਸਟ ਨਹੀਂ ਕਰਦਾ। ਸੋ ਉਸ ਨੂੰ ਫਿਰ ਤੋਂ ਉਭਾਰਨ ਦੀ, ਉਹਨੂੰ ਫਿਰ ਤੋਂ ਗਰਮ ਕਰਨ ਦੀ ਕੋਸ਼ਿਸ਼ ਜੀ। ਔਰ ਹੋਰ ਵੀ ਇੱਕ ਦੋ ਥਾਵਾਂ ਦੇ ਉੱਤੇ ਫਲੈਗਸ ਅਸੀਂ ਦੇਖਿਆ ਕਿ ਨਿਊਜ਼ ਦੇ ਵਿੱਚ ਕਿ ਉੱਥੇ ਫਲੈਗਸ ਵੀ ਲਗਾਏ ਗਏ ਨੇ। ਉਹਨੂੰ ਕਿਹਦੀ ਸ਼ਰਾਰਤ ਹੈ? ਇਹ ਸਭ ਸ਼ਰਾਰਤਾਂ ਕਰਕੇ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਦਾ ਬਣਾ ਕੇ ਮੀਡੀਆ ਦੇ ਵਿੱਚ ਪੇਸ਼ ਕਰਨਾ ਕਿ ਵਾਕਈ ਹੀ ਭਗਵੰਤ ਮਾਨ ਕਾਬਿਲ ਨਹੀਂ ਹੈਗੇ ਸੱਤਾ ਨੂੰ ਚਲਾਉਣ ਦੇ, ਸੀਐਮ ਬਣਨ ਦੇ ਕਾਬਿਲ ਨਹੀਂ, ਉਹਨਾਂ ਦੇ ਹੱਥਾਂ ਵਿੱਚੋਂ ਗੇਮ ਨਿਕਲ ਚੁੱਕੀ ਹੈ। ਤੁਸੀਂ ਦੇਖੋ ਇਹ 60 ਦਿਨਾਂ ਦੇ ਅੰਦਰ ਹੀ ਧਰਨੇ ਵੀ ਹੋਏ ਜੀ, ਮੁਜ਼ਾਹਰੇ ਵੀ ਹੋਏ, ਨਾਅਰੇਬਾਜ਼ੀ ਵੀ ਹੋਈ, ਠੀਕ ਹੈ। ਕਿਸਾਨਾਂ ਦਾ ਜਿਹੜਾ ਇੱਕ ਅੰਦੋਲਨ ਸ਼ੁਰੂ ਹੋਣ ਲੱਗਾ ਸੀ ਮੋਹਾਲੀ ਦੇ ਵਿੱਚ, ਉਹ ਹੁਣ ਟਲਿਆ ਹਜੇ। ਪਰ ਉਸ ਸੰਜੀਵ ਜੀ, ਮੈਂ ਤੁਹਾਡੀ ਵੀ ਰਾਏ ਉੱਤੇ ਲੈਣੀ ਚਾਹੂੰਗਾ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਕਿਸਾਨਾਂ ਨੇ ਦੁਬਾਰਾ ਧਰਨਾ ਲਾਇਆ, ਇਹ ਜਾਇਜ਼ ਹੈ ਧਰਨਾ? ਜਾਇਜ਼ ਨਹੀਂ ਹੈ ਕਿਉਂਕਿ ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਇਸ ਵਕਤ ਪੰਜਾਬ ਦੇ ਹਾਲਾਤ ਕੀ ਨੇ। ਠੀਕ ਹੈ, ਤੁਸੀਂ ਇੱਕ ਪੁਰਾਣਾ ਅੰਦੋਲਨ ਜਿੱਤਿਆ, ਪਰ ਉਸ ਅੰਦੋਲਨ ਨੂੰ ਜਿੱਤਣ ਤੋਂ ਬਾਅਦ ਕੀਤਾ ਕੀ? ਪੰਜਾਬ ਦੇ ਵਿੱਚ ਤੁਸੀਂ ਪਾਰਟੀ ਬਣਾ ਲਈ, ਉੱਥੋਂ ਤੁਸੀਂ ਹਾਰੇ, ਠੀਕ ਹੈ। ਔਰ ਉਧਰ ਹਰਿਆਣਾ ਦੇ ਵਿੱਚ ਟਕੈਤ ਸਾਹਿਬ, ਉਹਨਾਂ ਦੀ ਵੀ ਗੱਦੀ ਡਾਵਾਡੋਲ ਹੈ ਕਿਉਂਕਿ ਇਸ ਵਕਤ ਉੱਥੇ ਵੀ ਬਹੁਤ ਆਪਸ ਦੇ ਵਿੱਚ ਫੁੱਟ ਪੈ ਚੁੱਕੀ ਹੈ, ਦੋਵਾਂ ਥਾਵਾਂ ਤੇ ਫੁੱਟ। ਤੇ ਹੁਣ ਤੁਸੀਂ ਇਹ ਦਿਖਾਉਣਾ ਚਾਹੁੰਦੇ ਹੋ ਕਿ ਸਾਡੇ ਕੋਲ ਬੜੀ ਪਾਵਰ ਹੈ, ਇਹ ਨਜਾਇਜ਼। ਇਹ ਜਿਹੜਾ ਧਰਨਾ ਲਾਇਆ ਸੀ, ਕਿਉਂ ਲਾਇਆ ਸੀ ਇਹਨਾਂ ਨੇ? ਇਹ ਉਹਨਾਂ ਨੂੰ ਵੀ ਨਹੀਂ ਕਾਰਨ ਪਤਾ, ਕਾਰਨ ਲੱਭੇ ਗਏ ਨੇ। ਔਰ ਜਦੋਂ ਦੇਖਿਆ ਕਿ ਉਹ ਗੱਲ ਨਹੀਂ ਬਣਦੀ ਪਈ ਤਾਂ ਹੁਣ ਕਹਿੰਦੇ ਨੇ ਵਾਪਸ। ਐਮਐਸਪੀ ਦੇ ਤਾਂ ਲਾਇਆ ਸੀ ਨਾ ਇਹਨਾਂ ਨੇ। ਐਮਐਸਪੀ ਦਾ ਮੁੱਦਾ ਤਾਂ ਪਹਿਲੇ ਚੱਲਦਾ ਪਿਆ ਸੀ ਨਾ। ਤੁਸੀਂ ਜਦੋਂ ਧਰਨਾ ਚੁੱਕਿਆ ਹੈ, ਤੁਸੀਂ ਇਹ ਸ਼ਰਤਾਂ ਤਾਂ ਮੰਨੇ ਪੀਐਮ ਸਾਹਿਬ ਨਾਲ, ਤੁਸੀਂ ਸੀਐਮ ਦੇ ਮੂਹਰੇ ਧਰਨਾ ਕਿਉਂ ਲਾਈ ਜਾਂਦੇ ਆ? ਦੂਸਰੀ ਗੱਲ, ਜਦੋਂ ਕਿਸਾਨਾਂ ਨੇ ਪਹਿਲਾਂ ਧਰਨੇ ਲਾਏ ਹੈ, ਤੁਸੀਂ ਟੋਲ ਸਾਰੇ ਬੰਦ ਕਰ ਦਿੱਤੇ, ਟੋਲ ਪਲਾਜ਼ਾ ਸਾਰੇ ਬੰਦ ਕਰ ਦਿੱਤੇ। ਉਹ ਟੋਲ ਪਲਾਜ਼ਾ ਨੂੰ ਨੁਕਸਾਨ ਹੋਇਆ, ਅਗਲਿਆਂ ਨੇ ਜਦੋਂ ਖੁੱਲੇ ਆਪਣੇ ਰੇਟ ਵੀ ਦੁੱਗਣੇ ਕਰ ਦਿੱਤੇ ਤੇ ਧੱਕੇ ਨਾਲ ਪੈਸੇ ਵੀ ਲਏ, ਮਹਿੰਗਾਈ ਕਰਤੀ, ਡੀਜ਼ਲ ਵੱਧ ਗਿਆ, ਪੈਟਰੋਲ ਵੱਧ ਗਿਆ। ਕਿਸਾਨ ਕੋਈ ਬੋਲਿਆ ਉੱਠ ਕੇ ਕਿ ਸਾਡੇ ਕਰਕੇ ਸਾਰਾ ਕੁਝ ਹੋਇਆ? ਬਿਲਕੁਲ ਇੱਕ ਵਾਰੀ ਨਹੀਂ ਬੋਲੇ ਕਿਸਾਨ। ਮਹਿੰਗਾਈ ਕਰਤੀ, ਤੁਸੀਂ ਦੂਜੇ ਆਮ ਇਨਸਾਨ ਦਾ ਜਿਹੜੇ ਆਮ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਉਨਾ ਹੀ ਪੈਸਾ ਕਮਾ ਕੇ ਉਹਦੇ ਨਾਲ ਹੀ ਆਪਣਾ ਆਟਾ ਦਾਲ ਲੂਣ ਵਿਚਾਰਾ ਮਿਰਚ ਖਰੀਦਦਾ ਸੀ, ਤੁਸੀਂ ਉਹਦਾ ਵੀ ਜੀਣਾ ਹਰਾਮ ਕਰ ਦਿੱਤਾ। ਤੁਸੀਂ ਘੱਟੋ ਘੱਟ ਇਹ ਤਾਂ ਸੋਚੋ ਨਾ ਕਿ ਤੁਸੀਂ ਧਰਨਾ ਲਾਇਆ, ਇੰਨੀ ਦੇਰ ਤੱਕ ਤੁਸੀਂ ਸੜਕਾਂ ਜਾਮ ਕਰਕੇ ਰੱਖੀਆਂ, ਲੋਕ ਤੁਹਾਡੇ ਨਾਲ ਜੁੜੇ, ਜਦੋਂ ਤੁਸੀਂ ਉੱਠੇ ਲੋਕਾਂ ਦੀ ਤੁਸੀਂ ਬਾਤ ਨਹੀਂ ਪੁੱਛੀ, ਉਹਨਾਂ ਦਾ ਕੋਈ ਮੁੱਦਾ ਨਹੀਂ ਚੁੱਕਿਆ, ਤੁਸੀਂ ਚੁੱਪ ਕਰਕੇ ਘਰਾਂ ਨੂੰ ਆ ਕੇ ਫਿਰ ਜਾ ਕੇ ਤੁਰ ਪਏ ਸਾਨੂੰ ਐਮਐਸਪੀ ਦਿਓ ਜੀ। ਕਿਉਂ ਲੋਕੀ ਤੁਹਾਡੇ ਨਾਲ ਜੁੜਨ? ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲ ਰਹੀ, ਬਿਲਕੁਲ ਨਹੀਂ ਮਿਲ ਪੂਰੀ ਸਪੋਰਟ ਔਰ ਨਹੀਂ ਮਿਲੇਗੀ, ਬਿਲਕੁਲ ਨਹੀਂ ਮਿਲੇਗੀ ਕਿਉਂਕਿ ਹੁਣ ਲੋਕ ਸਮਝਦੇ ਪਏ ਨੇ। ਤੁਸੀਂ ਹੁਣ ਇਸ ਨੂੰ ਗੇਮ ਨਾ ਬਣਾਓ। ਪਹਿਲਾਂ ਤਾਂ ਸਭ ਜੁੜ ਗਏ ਸੀ, ਇਮੋਸ਼ਨਲੀ ਜੁੜ ਗਏ ਸੀ ਔਰ ਪੂਰੇ ਭਾਰਤ ਦਾ ਕਿ ਪੂਰੀ ਦੁਨੀਆ ਦਾ ਮੂਵਮੈਂਟ ਬਣ ਚੁੱਕਾ ਸੀ। ਲੇਕਿਨ ਇਸ ਵਕਤ ਤੁਸੀਂ ਇਹਨੂੰ ਗੇਮ ਬਣਾ ਚੁੱਕੇ ਹੋ, ਤੁਸੀਂ ਫਿਰ ਤੋਂ ਉਹੀ ਗੇਮ ਖੇਡਣਾ ਚਾਹੁੰਦੇ ਹੋ ਔਰ ਕੁਝ ਪਾਸੇ ਲੱਗਦਾ ਵੀ ਹੈ ਕਿ ਕੁਝ ਸ਼ਰਾਰਤ ਹੈ ਬਿਲਕੁਲ। ਔਰ ਇਸ ਵਕਤ ਜਦੋਂ ਕਿਹਾ ਜਾਂਦਾ ਕਿ ਤੁਸੀਂ ਧਰਨਾ ਚੁੱਕ ਲਿਆ, ਨਹੀਂ ਜੀ ਮੁਲਤਵੀ ਹੋਇਆ। ਮੁਲਤਵੀ ਕੀ ਹੋਇਆ ਹੈ? ਅੱਗੇ ਪਾਤਾ ਹੈ ਤੁਸੀਂ। ਨਹੀਂ ਉਹ ਤਾਂ ਮੈਂ ਸਮਝ ਗਿਆ, ਪੋਸਟਪੋਨ ਹੋ ਗਿਆ, ਅੱਗੇ ਪਾਤਾ। ਲੇਕਿਨ ਮੁਲਤਵੀ ਵਾਲੀ ਕਿਹੜੀ ਗੱਲ ਕੀ ਹੈ? ਆਪਣੀ ਸਰਕਾਰ, ਆਪਣੇ ਲੋਕ, ਆਪਣਾ ਪੰਜਾਬ, ਆਪਣਾ ਸੀਐਮ, ਸਭ ਕੁਝ ਆਪਣੀ ਗੱਲ ਹੈ। ਤੁਸੀਂ ਇਹ ਨਵਾਂ ਕਿਹੜਾ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਹੋ? ਆਪਣਾ ਹੀ ਤਾਂ ਹੈ ਨਹੀਂਗਾ ਨਾ। ਸਿੱਧ ਕੀ ਕਰਨਾ ਚਾਹੁੰਦੇ ਹੋ? ਆਪਣਾ ਹੀ ਤਾਂ ਹੈ ਨਹੀਂਗਾ ਜੀ। ਇਹ ਆਮ ਆਦਮੀ ਪਾਰਟੀ ਦਾ ਹੈ ਨਾ। ਇਹੀ ਤਾਂ ਭਾਵਨਾ ਖਰਾਬ ਕਰਦੀ ਇਹੀ ਭਾਵਨਾ ਹੈ ਨਾ। ਔਰ ਦੂਸਰੀ ਪਾਸੇ ਉਹੀ ਗੱਲ ਕਿ ਦਿੱਲੀ ਤੋਂ ਚੱਲਦੀ ਪਈ ਹੈ ਜੀ, ਇਸ ਕਰਕੇ ਆਮ ਆਦਮੀ ਪਾਰਟੀ ਦੀ ਵਿਚਾਰਤ ਨਹੀਂ ਹੈ। ਇੱਕ ਕੇਜਰੀਵਾਲ ਸਾਹਿਬ ਪਿੱਛੋਂ ਉਹ ਸੀਐਮ ਨੇ, ਅੱਗੇ ਇੱਕ ਰਬੜ ਦਾ ਗੁੱਡਾ ਬਿਠਾਇਆ ਹੋਇਆ, ਉਹਨੂੰ ਅਸੀਂ ਕਹਿੰਦੇ ਹਾਂ ਸੀਐਮ ਭਗਵੰਤ ਮਾਨ ਜੀ। ਇਹੀ ਪਿਕਚਰ ਲੋਕਾਂ ਦੇ ਸਾਹਮਣੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਛਾ ਸੰਜੀਵ ਜੀ, ਇੱਕ ਚੀਜ਼ ਹੋਰ ਦੀ ਗੱਲ ਕਰਦੇ ਹਾਂ। ਚਲੋ ਆਪਾਂ ਤੁਹਾਡੀ ਗੱਲ ਬਹੁਤ ਵਧੀਆ, ਤੁਸੀਂ ਇਹ ਗੱਲ ਦੱਸੀ ਹੈ ਬਈ ਆਪਣੇ ਤਾਂ ਹੈ ਨਹੀਂ ਇਹਨਾਂ ਦਾ ਇਹ ਹੈ ਹੀ ਨਹੀਂ ਕਿ ਸਾਡਾ ਪੰਜਾਬ ਆ ਜਾਂ ਸਾਡਾ ਸੀਐਮ ਆ। ਤੁਸੀਂ ਦੇਖੋ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਪੜ੍ਹਨ ਲਈ ਬਾਹਰ ਭੇਜਾਂਗੇ, ਆਪਣੇ ਜਿਹੜੇ ਟੀਚਰਸ ਹੈ ਜਾਂ ਬਾਕੀ ਟ੍ਰੇਨਿੰਗ ਲੈਣ ਲਈ ਵੀ ਬਾਹਰ ਭੇਜਾਂਗੇ। ਸਕੂਲ ਤੁਸੀਂ ਬਣਾਓਗੇ ਬਾਹਰਲੀ ਤਰਜ਼ ਦੇ ਉੱਤੇ, ਅਬਰੋਡ ਦੀ ਤਰਜ਼ ਦੇ ਉੱਤੇ ਨਾ, ਵਧੀਆ ਸਕੂਲ ਬਣਨਗੇ। ਆਪਣੇ ਸੁਖਬੀਰ ਬਾਦਲ ਜੀ ਕਹਿੰਦੇ ਸੀ ਅਸੀਂ ਕੈਲੀਫੋਰਨੀਆ ਬਣਾ ਦਿਆਂਗੇ ਪੰਜਾਬ ਨੂੰ। ਤੁਸੀਂ ਉਦਾਹਰਨਾਂ ਦਿੰਦੇ ਹੋ ਬਾਹਰ ਦੀਆਂ, ਤੇ ਬਾਹਰ ਦੀ ਇੱਕ ਵੀ ਚੀਜ਼ ਤੁਸੀਂ ਕਾਪੀ ਨਹੀਂ ਕਰਦੇ। ਬਾਈਡਨ ਸਾਹਿਬ ਦਾ ਪ੍ਰਸ਼ਾਸਨ ਦੇਖੋ ਤਾਂ ਤੁਸੀਂ ਗੱਲਾਂ ਤਾਂ ਕਰਦੇ ਹੋ ਬਾਈਡਨ ਸਾਹਿਬ ਨੂੰ ਲੈਣ ਦੀਆਂ, ਵੀ ਬਾਈਡਨ ਸਾਹਿਬ ਵਰਗੀ ਚੀਜ਼ਾਂ ਇੱਥੇ ਲਿਆਵਾਂਗੇ। ਉਹਨਾਂ ਦਾ ਪ੍ਰਸ਼ਾਸਨ ਤਾਂ ਦੇਖੋ। ਤੁਸੀਂ ਦੇਖੋ ਸਾਰੀ ਦੁਨੀਆ 'ਚ ਗੱਲ ਕੀ ਹੁੰਦੀ ਹੈ, ਅਮਰੀਕਾ ਨੇ ਇਹ ਕਰਤਾ, ਅਮਰੀਕਾ ਨੇ ਉਹ ਕਰਤਾ, ਅਮਰੀਕਾ ਨੇ ਇਹੀ ਲੋਕੀ ਕਹਿੰਦੇ ਗੱਲਾਂ ਵੀ ਪਾਕਿਸਤਾਨ ਤੇ ਅਮਰੀਕਾ ਦਾ ਕਬਜ਼ਾ ਹੈ, ਠੀਕ ਹੈ, ਤੇ ਅਮਰੀਕਾ ਉਹਦੀ ਇਮਦਾਦ ਕਰ ਰਿਹਾ ਜੀ, ਯੂਕਰੇਨ ਦੀ। ਅਮਰੀਕਾ ਨੇ ਉਹਨੂੰ ਗਿਰਾਤਾ, ਅਮਰੀਕਾ ਨੇ ਇਹ ਕਿਹਾ। ਜੇ ਅਮਰੀਕਾ ਇੰਨਾ ਸਮਰੱਥ ਹੈ ਔਰ ਫਿਰ ਯੂਨਾਈਟ ਹੈ ਉਹ, ਜੇ ਉਹਦੇ ਕੋਲ ਇੱਕ ਪਾਲਿਸੀ ਹੈਗੀ ਆ, ਉਹ ਚੱਲ ਰਿਹਾ ਹੈ, ਅਗਲੇ ਇਹ ਤਾਂ ਨਹੀਂ ਕਰਦੇ ਜੀ ਸਾਡਾ ਬਾਈਡਨ ਨਹੀਂ ਆ, ਸਾਡਾ ਇਹ ਨਹੀਂ, ਸਾਡਾ ਉਹ ਨਹੀਂ।
ਅਗਲੇ ਆਪਣੀ ਕੰਟਰੀ ਨੂੰ ਲੈ ਕੇ ਚੱਲਦੇ ਆ। ਨੈਸ਼ਨਲ ਕਰੈਕਟਰ ਦੀ ਜ਼ਰੂਰਤ ਹੁੰਦੀ ਹੈ ਤਾਂ ਕੰਟਰੀ ਖੜਾ ਹੁੰਦਾ ਹੈ। ਔਰ ਸਾਡਾ ਨੈਸ਼ਨਲ ਕਰੈਕਟਰ ਤਾਂ ਲੋਕਾਂ ਨੇ ਬਣਾਉਣਾ ਨਾ। ਸਾਡੇ ਇੱਥੇ ਨੈਸ਼ਨਲ ਕਰੈਕਟਰ ਕੌਣ ਹੈ? ਸਾਡੇ ਧਾਰਮਿਕ ਆਗੂ ਜਿਹੜੇ ਆ ਉਹ ਨੈਸ਼ਨਲ ਕਰੈਕਟਰ ਸਾਡੇ, ਜੋ ਕਹਿੰਦੇ ਨੇ ਉਹ ਮੰਨਿਆ ਜੀ ਬਾਬਾ ਜੀ ਨੇ ਜੋ ਕਹਿਤਾ ਉਹ ਮੰਨਣਾ। ਜੀ ਬਾਬਾ ਜੀ ਨੇ ਕਹਿਤਾ ਨਾ ਜੀ ਅੱਜ ਨਾ ਜੀ ਨਿਕਲਿਓ, ਅੱਜ ਤਾਂ ਐਂ ਦੀ ਸੱਪ ਆ ਜਾਊਗਾ, ਨਹੀਂ ਬਾਬਾ ਜੀ ਕਹਿੰਦਾ ਅੱਜ ਨਹੀਂ ਨਿਕਲਣਾ ਐਂ ਦੀ। ਸੋ ਬਾਈਡਨ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਸੋ ਅਮਰੀਕਾ ਦੇ ਵੱਲੋਂ ਵੀ ਇੱਕ ਖਾਸ ਰੂਲ, ਇੱਕ ਬਿੱਲ ਪਾਸ ਹੋਇਆ ਕਿ ਜਿਹੜਾ ਉਹ ਗਨਸ ਨੂੰ ਲੈ ਕੇ ਪਿੱਛੇ ਜੇ ਕਾਫੀ ਘਟਨਾਵਾਂ ਹੋਈਆਂ ਨੇ ਕਿ ਗਨਸ ਨੂੰ ਲੈ ਕੇ ਕਾਫੀ ਚਰਚਾ ਰਹੀ ਹੈ। ਤਾਂ ਇਸ ਵਕਤ ਇਹ ਹੈ ਕਿ ਦੇਖਿਆ ਜਾ ਰਿਹਾ ਕਿਹਨੂੰ ਸਿਕਿਉਰਿਟੀ ਦੀ ਲੋੜ ਹੈ, ਕਿਹਨੂੰ ਲਾਇਸੈਂਸ ਦੀ ਲੋੜ ਹੈ, ਕਿਹਨੂੰ ਗਨ ਦੀ ਲੋੜ ਹੈ, ਕਿਉਂਕਿ ਕਿਲਿੰਗਸ ਹੋ ਰਹੀਆਂ ਨੇ। ਕਾਫੀ ਜਗ੍ਹਾ ਗੋਲੀਬਾਰੀ ਹੋ ਰਹੀ ਹੈ, ਉਹ ਰੂਲਸ ਦੇ ਵਿੱਚ ਚੇਂਜ ਕਰਨ ਜਾ ਰਹੇ ਨੇ। ਸੋ ਇੱਕ ਵਧੀਆ ਸਟੈਪ ਹੈ ਕਿਉਂਕਿ ਜਿੱਥੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਸੋ ਇਟਸ ਗੁੱਡ ਪੁਆਇੰਟ ਤੁਸੀਂ ਇਹ ਯਾਦ ਕਰਵਾਇਆ, ਬਾਈਡਨ ਸਾਹਿਬ ਦੀ ਗੱਲ ਕੀਤੀ। ਇਟਸ ਅ ਵੈਰੀ ਸਟਰੋਂਗ ਸਟੈਪ, ਬੜਾ ਬੋਲਡ ਸਟੈਪ ਹੈ ਔਰ ਆਈ ਥਿੰਕ ਪਹਿਲੀ ਵਾਰ ਇਦਾਂ ਦੇ ਸਟੈਪ ਲਿੱਤੇ ਜਾ ਰਹੇ ਨੇ ਕਿਉਂਕਿ ਗਨਸ ਉੱਥੇ ਆਮ ਨੇ ਔਰ ਕਲਚਰ ਦਾ ਹਿੱਸਾ ਨੇ। ਲੇਕਿਨ ਇਸ ਵਕਤ ਜ਼ਰੂਰਤ ਦੇ ਮੁਤਾਬਿਕ ਉਹਨੂੰ ਮੋਲਡ ਕਰਨ ਦੀ ਜ਼ਰੂਰਤ ਹੈ, ਨਵੇਂ ਲਾਅਸ ਦੀ ਜ਼ਰੂਰਤ ਹੈ। ਔਰ ਇਹ ਵੀ ਗੱਲ ਹੈ ਜੀ ਯਸ਼ ਜੀ, ਜੇ ਲੋਕੀ ਹੁਣ ਇਹਨੂੰ ਲੈ ਕੇ ਪ੍ਰਦਰਸ਼ਨ ਤੋਂ ਉਤਰ ਆਏ ਨਾ ਕਿ ਅਸੀਂ ਗਨਸ ਰੱਖਣੀਆਂ ਵਾ, ਤੇ ਬਾਈਡਨ ਸਾਹਿਬ ਨੇ ਇੱਕ ਕਮੇਟੀ ਉਹਨਾਂ ਚੱਕ ਕੇ ਸਾਰੇ ਅੰਦਰ ਕਰ ਦੇਣੇ ਆ। ਹਾਂ ਹੋ ਸਕਦਾ ਸਾਡੇ ਕੁਝ ਹੋਰ ਹੈ, ਢਿੱਲੇ ਪੈ ਜਾਂਦੇ ਨੇ ਕਿ ਅਗਲੀ ਵਾਰ ਵੋਟਾਂ ਕਿਵੇਂ ਲੈਣੀਆਂ ਨੇ, ਸੱਤਾ 'ਚ ਕਿਵੇਂ ਬਣੇ ਰਹਿਣਾ। ਅੱਛਾ ਜੀ ਠੀਕ ਹੈ ਜੀ, ਜਿਵੇਂ ਤੁਸੀਂ ਕਹਿੰਦੇ ਹੋ ਚੰਗਾ ਚੰਗਾ ਲਾ ਲਓ, ਠੀਕ ਠੀਕ ਲਾ ਲਓ ਔਰ ਉਹ ਠੀਕ ਠੀਕ ਲਾ ਕੇ ਗੱਲ ਕਿਤੇ ਨਾ ਕਿਤੇ ਲਾ ਕੇ ਤੇ ਫਿਰ ਅੱਗੇ ਜਾ ਕੇ ਉਹ ਮੁਸੀਬਤ ਖੜੀ ਹੋ ਜਾਂਦੀ ਹੈ। ਸੋ ਮੁਸੀਬਤਾਂ ਤੋਂ ਬਚਣ ਵਾਸਤੇ ਹੁਣ ਸੀਐਮ ਸਾਹਿਬ ਗਏ ਨੇ, ਆਪਣੇ ਹੋਮ ਮਿਨਿਸਟਰ ਸਾਹਿਬ ਅਮਿਤ ਸ਼ਾਹ ਜੀ ਨੂੰ ਮਿਲਣਗੇ ਦੁਬਾਰਾ ਕਹਿ ਸਕਦੇ ਹੋ। ਪਹਿਲਾਂ ਤੇ ਉਹ ਕਾਫੀ ਕੁਝ ਮੰਗ ਕੇ ਆਏ ਸੀ, 50-50 ਹਜ਼ਾਰ ਕਰੋੜ ਦੀਆਂ 2 ਕਿਸ਼ਤਾਂ, ਉਹਦਾ ਤੇ ਕੁਝ ਬਣਿਆ ਨਹੀਂ। ਹੁਣ ਆ ਮੀਟਿੰਗ ਦਾ ਦੇਖੋ ਕੀ ਬਣਦਾ ਹੈ। ਚਾਚਾ ਜੀ ਕੋ ਗਏ ਨਾ, ਪਹਿਲਾਂ ਡੈਡੀ ਜੀ ਕੋ ਗਏ ਸੀ ਤੇ ਉਹਨਾਂ ਨਾਲ ਜਾ ਕੇ ਉਹਨਾਂ ਨੇ ਗੱਲ ਕਰਨਾ ਕਿ ਸਰਹੱਦੀ ਸੂਬਾ ਹੈ, ਸਿਕਿਉਰਿਟੀ ਦਿਓ। ਔਰ ਵੈਸੇ ਵੀ ਉਹਨਾਂ ਨੇ ਮੰਗੀਆਂ ਨੇ 10 ਟੁਕੜੀਆਂ ਚਾਹੀਦੀਆਂ ਨੇ ਔਰ ਇੱਕ ਟੁਕੜੀ ਦੇ ਵਿੱਚ 100 ਬੰਦੇ ਹੁੰਦੇ ਨੇ, ਤਾਂ ਜਾ ਕੇ ਇਹ 1000 ਬੰਦਾ, ਕਿਉਂਕਿ ਹੋ ਸਕਦਾ ਕੁਝ ਦਿਨਾਂ ਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ ਇੱਥੇ ਡਿਪਲੋਇਮੈਂਟ ਮਿਲੇ ਸਾਨੂੰ, ਕਿਉਂਕਿ ਇਹ ਵੀ ਸਿਕਿਉਰਿਟੀ ਪਰਪਸ ਵਾਸਤੇ ਮੰਗਣ ਗਏ। ਪਰ ਮੈਨੂੰ ਇਹ ਗੱਲ ਸਮਝ ਆਉਂਦੀ ਸੀ, ਠੀਕ ਹੈ ਮੰਗਣ ਤਾਂ ਗਏ ਹੈ, ਪਰ ਡਰੋਨ ਉਹ ਕਹਿੰਦੇ ਪਾਕਿਸਤਾਨ ਤੋਂ ਆਇਆ ਤੇ ਉੱਥੇ ਫੜਿਆ ਗਿਆ ਅੰਮ੍ਰਿਤਸਰ ਦੇ ਵਿੱਚ। ਇੱਧਰ ਵੀ ਡਰੋਨ ਉੱਡਦੇ ਤਾਂ ਫੜ ਲੈਂਦੇ ਆ। ਉਹ ਇੰਨਾ ਆਰਡੀਐਕਸ ਪੁਲਵਾਮਾ ਵੇਲੇ ਆ ਗਿਆ, ਉਹਦਾ ਪਤਾ ਨਹੀਂ ਲੱਗਾ। ਉਦੋਂ ਮਾਨ ਸਾਹਿਬ ਨਹੀਂ ਨਾ ਸੀ, ਉਦੋਂ ਕੋਈ ਹੋਰ ਸਰਕਾਰ ਸੀ, ਦੂਸਰੀ ਸਰਕਾਰ ਸੀ। ਨਵੀਂ ਸਰਕਾਰ ਆਈ, ਕੈਪਟਨ ਸਾਹਿਬ ਵੇਲੇ ਵੀ ਫੜਦੇ ਗਏ, ਬੜੇ ਡਰੋਨ ਫੜੇ ਗਏ ਸੀਗੇ, ਬਿਲਕੁਲ ਬੰਬ ਫੜੇ ਗਏ ਬੜੇ। ਹੁਣ ਕੀ ਹੈ ਕਿ ਹੁਣ 50 ਕਿਲੋਮੀਟਰ ਦਾ ਇਲਾਕਾ ਬੀਐਸਐਫ ਕੋਲ ਹੈ, ਇਹ ਵੀ ਥੋੜਾ ਚੇਂਜਸ ਹੋ ਸਕਦੀਆਂ ਨੇ। ਖੈਰ ਆਪਾਂ ਗੱਲ ਕਰ ਰਹੇ ਹਾਂ ਅਮਿਤ ਸ਼ਾਹ ਜੀ ਕੋਲ ਮਿਲਣ ਗਏ ਨੇ ਤੇ ਨਾਲ ਉਹਨਾਂ ਨੇ ਸੂਬਾ ਹੈ, ਸਰਹੱਦ ਦਾ ਸੂਬਾ ਹੈ, ਤਾਂ ਉਹਦੀ ਸਿਕਿਉਰਿਟੀ ਦੀ ਗੱਲ ਹੋਏਗੀ। ਆ ਦੂਸਰਾ ਹੈ ਕਿਸਾਨਾਂ ਦੀਆਂ ਗੱਲਾਂ ਵੀ ਕਿ ਇੱਥੇ ਵੀ ਅੰਦੋਲਨ ਸ਼ੁਰੂ ਹੋਣ ਲੱਗਾ ਸੀ ਤੇ ਉਹਨੂੰ ਹੁਣ ਟਾਲਿਆ ਹੈ, ਤੇ ਜਿਹੜੀ ਐਮਐਸਪੀ ਦੀ ਗੱਲ ਚੱਲ ਰਹੀ ਹੈ, ਬਾਕੀ ਸਾਰੀਆਂ ਜਿਨਸਾਂ ਦੀ ਗੱਲ ਚੱਲ ਰਹੀ ਹੈ ਕਿ ਬੀਜ ਤੋਂ ਲੈ ਕੇ ਮਾਰਕੀਟ ਤੱਕ ਜਿੱਦਾਂ ਸਾਰਾ ਤੁਸੀਂ ਸਿਸਟਮ ਬਣਾਉਣਾ ਹੈ ਉਸ ਦੀ ਗੱਲ ਚੱਲ ਰਹੀ ਹੈ। ਉਹਨੂੰ ਵੀ ਕਿਸੇ ਬੰਨੇ ਲਾਓ ਔਰ ਉੱਤੇ ਵੀ ਕੋਈ ਫੈਸਲੇ ਕਰੋ। ਤੇ ਨਾਲ ਜਿਹੜਾ ਉਹ ਭਾਖੜਾ ਡੈਮ ਦਾ ਮੁੱਦਾ, ਉਹਦੇ ਉੱਤੇ ਵੀ ਗੱਲਬਾਤ ਹੋਣੀ ਕਿ ਪੰਜਾਬ ਨੂੰ ਤੁਸੀਂ ਮੈਨੇਜਮੈਂਟ ਤੋਂ ਕੱਢ ਕੇ ਬਾਹਰ ਬਿਠਾ ਦਿੱਤਾ ਹੈ, ਇਹ ਵੀ ਮੁੱਦਾ ਪੱਕਿਆ ਹੋਇਆ। ਅੱਛਾ, ਉਹਨਾਂ ਨੇ ਕਹਿਣਾ ਕੁਝ, ਉਹਨਾਂ ਨੇ ਕਹਿਣਾ ਕੋਈ ਬਾਤ ਨਹੀਂ ਦੇਖ ਲੈਂਗੇ, ਚੰਗਾ ਜੀ ਜਾਓ। अब ये तो टाइम दसेगा ना कि देख लेंगे। ਮਿਲਣਾ ਤਾਂ ਕੱਖ ਨਹੀਂਗਾ ਉੱਥੋਂ, ਪਹਿਲਾਂ ਕੀ ਲੈ ਲਿਆ? ਜੋ ਪਹਿਲਾਂ ਮਿਲਿਆ ਸੀ ਉਹੀ ਲੋਲੀਪੌਪ ਤੁਹਾਨੂੰ ਹੁਣ ਮਿਲਣਾ ਹੈ, ਉਹੀ ਤੁਸੀਂ ਜਾ ਕੇ ਜਨਤਾ ਨੂੰ ਸ਼ੇਪ ਦੇਣਾ। ਚਲੋ ਜਨਤਾ ਵਾਸਤੇ ਇੱਕ ਚੰਗੀ ਖਬਰ ਹੈ ਕਿ ਹੁਣ ਜ਼ਿਲ੍ਹਿਆਂਵਾਲਾ ਬਾਗ ਜਿਹੜਾ ਸਵੇਰੇ 8:15 ਖੁੱਲਦਾ ਸੀ, ਹੁਣ ਸਵੇਰੇ ਵੀ ਖੁੱਲੇਗਾ ਤਾਂ ਕਿ ਲੋਕ ਸਵੇਰ ਦੀ ਸੈਰ ਕਰ ਸਕਣ ਉੱਥੇ ਜਾ ਕੇ। ਚਲੋ ਵਧੀਆ ਗੱਲ, ਇੱਕ ਤਾਂ ਖਬਰ ਸੀ ਕੋਈ ਕੁਛ ਤਾਂ ਖੁੱਲਿਆ, ਕੁਛ ਤਾਂ ਹੈ ਔਰ ਪਬਲਿਕ ਜੁੜੇ ਆਪਣੇ ਇਤਿਹਾਸ ਦੇ ਨਾਲ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ। ਪਰ ਇੱਕ ਚੀਜ਼ ਅਸੀਂ ਅਕਸਰ ਡਿਸਕਸ ਕਰਦੇ ਰਹਿੰਦੇ ਕਿ ਜ਼ਿਲ੍ਹਿਆਂਵਾਲੇ ਬਾਗ ਦੀ ਜਿਹੜੀ ਬਣਤਰ ਹੈ ਉਹਦੇ 'ਚ ਐਸੀਆਂ ਚੇਂਜਸ ਕਰ ਦਿੱਤੀਆਂ ਨੇ ਕਿ ਪੁਰਾਣਾ ਇਤਿਹਾਸ ਕਿਤੇ ਦਿਖਾਈ ਨਹੀਂ ਦਿੰਦਾ। ਔਰ ਥਾਂ ਦੇ ਉੱਤੇ ਤੁਸੀਂ ਦੇਖੋ, ਇਹਦੇ ਬਾਰੇ ਆਪਾਂ ਆਉਣ ਵਾਲੇ ਪ੍ਰੋਗਰਾਮ 'ਚ ਗੱਲ ਕਰਾਂਗੇ ਸੰਜੀਵ ਜੀ, ਕਿਉਂਕਿ ਹੁਣ ਵਕਤ ਵੀ ਬਹੁਤ ਜ਼ਿਆਦਾ ਹੋ ਗਿਆ ਆਪਣੇ ਪ੍ਰੋਗਰਾਮ ਦਾ, ਤੇ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ, ਔਰ ਇੱਕ ਰਿਸਰਚ ਦਾ ਵਿਸ਼ਾ ਵੀ ਹੈ ਕਿ ਇਦਾਂ ਕਿਉਂ ਹੋਇਆ, ਕਿ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ। ਕਿਉਂਕਿ ਮੋਨੂਮੈਂਟਸ ਬਦਲ ਦਿੱਤੇ ਤੇ ਕਿਤਾਬਾਂ ਵੀ ਬਦਲ ਦਿੱਤੀਆਂ, ਔਰ ਨਾਲ ਜਦੋਂ ਅਸੀਂ ਐਂਟਰ ਕਰਦੇ ਹਾਂ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ, ਉਸੇ ਰਸਤੇ ਤੋਂ ਬਾਹਰ ਆਉਣਾ ਹੁੰਦਾ ਜਿੱਥੇ ਮਸ਼ੀਨ ਗਨ ਲਗਾਈ ਸੀ ਜਨਰਲ ਡਾਇਰ ਨੇ। ਹੁਣ ਨਵਾਂ ਰਸਤਾ ਕੱਢ ਦਿੱਤਾ ਜਿਹੜਾ ਮਾਰਕੀਟ 'ਚ ਖੁੱਲਦਾ। ਮਤਲਬ ਦੇਖਣ ਵਾਲੇ ਕੀ ਕਹਿਣਗੇ, ਉਸ ਵਕਤ ਵੀ ਐਸਾ ਰਸਤਾ ਸੀ ਤੇ ਮਸ਼ੀਨ ਗਨ ਕਿੱਥੇ? ਉਹੀ ਹੈ ਨਾ ਵੀ ਉਹ ਇਤਿਹਾਸ ਨੂੰ ਬਦਲ ਦਿਓ, ਇਤਿਹਾਸ ਨੂੰ ਬਦਲ ਦਿੱਤਾ। ਔਰ ਕਰਨਾਟਕ ਦੇ ਵਿੱਚ ਭਗਤ ਸਿੰਘ ਜੀ ਦੀ ਜੀਵਨੀ, ਉਹਦਾ ਚੈਪਟਰ ਹਟਾ ਦਿੱਤਾ ਸਿਲੇਬਸ 'ਚੋਂ। ਉਹਨਾਂ ਨੂੰ ਕੀ ਲੈਣਾ ਦੇਣਾ? ਨਹੀਂ, ਦੇਖੋ ਉਹਨਾਂ ਨੂੰ, ਸਾਡੇ ਆਪਣੇ ਪੰਜਾਬੀਆਂ ਨੂੰ ਕੋਈ ਲੈਣ ਦੇਣ ਨਹੀਂ ਹੈ। ਇਹ ਨਹੀਂ ਸੰਘਰਸ਼ ਕਰ ਰਹੇ, ਕਰਨਾਟਕ ਵਾਲੇ ਕਿਉਂ ਕਰਨਗੇ? ਕਰਨਾਟਕ 'ਚੋਂ ਹਟਾ ਦਿੱਤਾ ਗਿਆ। ਦੇਖੋ ਮਾਨ ਸਾਹਿਬ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈ ਵੀ ਇਹ ਠੀਕ ਨਹੀਂ ਹੋਇਆ। ਹਾਂ, ਉਹਨਾਂ ਨੇ ਜੋ ਆਰਐਸਐਸ ਦੇ ਸੰਸਥਾਪਕ ਨੇ ਉਹਨਾਂ ਦਾ ਜੀਵਨੀ ਉੱਥੇ ਲਗਾ ਦਿੱਤੀ ਗਈ ਹੈ। ਉਹ ਵੀ ਅਸੀਂ ਗੱਲ ਕਰਦੇ ਕਿ ਉਹਨਾਂ ਦੀ ਜੀਵਨੀ ਬੇਸ਼ੱਕ ਲਗਾਓ, ਬਹੁਤ ਵਧੀਆ ਗੱਲ ਹੈ, ਪਰ ਕਿਉਂ ਲਾਓ ਜੀ? ਭਗਤ ਸਿੰਘ ਦੀ ਕਿਉਂ ਹਟਾ ਦਿੰਦੇ ਹੋ? ਕਿਉਂ ਲਗਾਓ ਉਹਨਾਂ ਦੀ ਵੀ ਜੀਵਨੀ? ਤੁਸੀਂ ਇੱਕ ਦੇਸ਼ ਨੂੰ ਫਿਰਕੇ ਪ੍ਰਸਤੀ ਵਿੱਚ ਵੰਡਣ ਤੋਂ ਇਲਾਵਾ ਉਹਨਾਂ ਦੀ ਕੀ ਉਪਲਬਧੀ ਹੈ?
ਕਿਉਂ ਪੜਾਓ ਉਹਨਾਂ ਦੀ ਜੀਵਨੀ? ਤੁਸੀਂ ਮਦਰ ਟੈਰੇਸਾ ਨੂੰ ਤਾਂ ਪੜਾਓ, ਇਕਬਾਲ ਪੜਾਓ, ਚੰਗੇ ਰਾਈਟਰ ਤੁਸੀਂ ਲਾ ਕੇ ਰਾਜੀ ਨਹੀਂ, ਜਿਨ੍ਹਾਂ ਦਾ ਨਾਮ ਹੀ ਸਾਡੇ ਇੱਥੇ ਦੇ ਹਿਸਾਬ ਨਾਲ ਨਹੀਂ ਚੰਗਾ ਲੱਗਦਾ, ਵੀ ਲੱਗਦਾ ਯਾਰ ਇਹ ਇੱਥੋਂ ਦੇ ਨਹੀਂ ਹੈਗੇ, ਇਹ ਬਾਹਰਲੇ ਹੈਗੇ ਆ, ਨਹੀਂ ਪੜਾਉਣਾ, ਉਹਨਾਂ ਨੂੰ ਹਟਾ ਦਿੱਤਾ ਜਾ ਰਿਹਾ। ਮਤਲਬ ਗੱਲ ਇਹ ਹੈ ਨਾ ਕਿ ਇੱਕ ਸਿਆਸਤ ਦੇ ਨਜ਼ਰੀਏ ਨਾਲ ਜਦੋਂ ਤੁਸੀਂ ਕੋਈ ਵੀ ਚੀਜ਼ ਡਿਸਾਈਡ ਕਰਦੇ ਹੋ ਕਿ ਸਾਨੂੰ ਕੀ ਮਾਈਲੇਜ ਮਿਲੇਗੀ ਸਿਆਸਤ ਦੇ ਵਿੱਚ, ਅਸੀਂ ਸੱਤਾ ਹਾਸਿਲ ਕਰਨ ਦੇ ਵਿੱਚ ਕਿੰਨੀ ਦੂਰ ਤੱਕ ਜਾ ਸਕਦੇ ਹਾਂ ਇਹ ਕੰਮ ਕਰਕੇ, ਤੁਸੀਂ ਉਦੋਂ ਕੀ ਕਰਦੇ ਹੋ? ਫਿਰ ਦੇਸ਼ ਦੇ ਇਤਿਹਾਸ ਨੂੰ ਵੀ ਛਿੱਕੇ ਟੰਗ ਦਿੰਦੇ ਹੋ। ਬਿਲਕੁਲ। ਜਿਹੜੇ ਸੂਰਬੀਰ ਨੇ ਦੇਸ਼ ਦੇ, ਉਹਨਾਂ ਨੂੰ ਇਦਾਂ ਲੈ ਆਉਂਦੇ ਹੋ ਕਿ ਲੋਕ ਉਹਨਾਂ ਨੂੰ ਭੁੱਲ ਹੀ ਜਾਣ। ਚਲੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਨਾ ਇਹ ਬੜੀ ਹੇਠਲੇ ਪੱਧਰ ਦੀ ਸਿਆਸਤ, ਬਿਲਕੁਲ ਹੇਠਲੇ ਪੱਧਰ ਸਿਆਸਤ ਹੈ, ਪਰ ਇਹਦੇ ਵਾਸਤੇ ਇੱਕ ਖਾਸ ਆਪਾਂ ਦਿਨ ਔਰ ਖਾਸ ਪ੍ਰੋਗਰਾਮ ਲੈ ਕੇ ਆਵਾਂਗੇ ਜਿੱਥੇ ਅਸੀਂ ਇਹਨਾਂ ਗੱਲਾਂ ਨੂੰ ਜ਼ਾਹਿਰ ਵੀ ਕਰਾਂਗੇ, ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਹੈਗੇ ਆ, ਚਲੋ ਕਰਨਾਟਕ ਦੀ ਅਸੀਂ ਗੱਲ ਨਹੀਂ ਕਰਦੇ, ਉੱਥੇ ਤਾਂ ਜੋ ਉਹਨਾਂ ਨੇ ਕੀਤਾ ਉਹਨਾਂ ਦਾ ਸੂਬਾ ਜੋ ਮਰਜ਼ੀ ਕਰਨ, ਪਰ ਸਾਡੇ ਸੂਬੇ ਦੇ ਵਿੱਚ ਭਗਤ ਸਿੰਘ ਦਾ ਨਾਂ ਤਾਂ ਸ਼ਾਇਦ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗ ਗਿਆ ਹੋਵੇ, ਪਰ ਕਰਤਾਰ ਸਿੰਘ ਸਰਾਭੇ ਦਾ ਨਾਂ ਹਲੇ ਬਹੁਤੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ। ਜਦਕਿ ਇਹ ਇਤਿਹਾਸ ਸਾਡੇ ਸਕੂਲਾਂ ਦੇ ਸਿਲੇਬਸ ਦਾ ਹਿੱਸਾ ਹੋਣਾ ਚਾਹੀਦਾ। ਬਿਲਕੁਲ। ਔਰ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਨਾਮ ਵੀ ਨਹੀਂ ਪਤਾ, ਸਾਡੇ ਸਾਰੇ ਇਹ ਬਜ਼ੁਰਗ ਨੇ ਸਾਡੇ, ਔਰ ਜਿਨ੍ਹਾਂ ਦੇ ਖੂਨ ਆ ਅਸੀਂ, ਸਾਨੂੰ ਆਪਣੇ ਬਜ਼ੁਰਗਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ, ਔਰ ਇਹ ਸਿਲੇਬਸ ਦੇ ਖਾਸ ਹਿੱਸੇ ਹੋਣੇ ਚਾਹੀਦੇ। ਸੋ ਚੱਲਿਆ ਜਾਵੇ। ਬਿਲਕੁਲ ਜੀ, ਠੀਕ ਹੈ ਜੀ। ਤੁਸੀਂ ਵੀ ਆਪਣੇ ਬਣਦੇ ਵਿਚਾਰ ਜ਼ਰੂਰ ਸਾਨੂੰ ਇਨਬਾਕਸ ਕਰੋ ਤਾਂ ਕਿ ਅਸੀਂ ਉਹਨਾਂ ਦੇ ਉੱਤੇ ਵੀ ਤੁਹਾਡੇ ਨਾਲ ਵਿਚਾਰ ਚਰਚਾ ਕਰੀਏ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।